ਅਸੀਂ ਇਹ ਸੋਚਦੇ ਹਾਂ ਅੱਜ ਦੇ ਸਮੇਂ 'ਚ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਹੜਾ ਐਕਟ ਹੈ ਇਹ ਪੰਜਾਬ ਦਾ ਆਪਣਾ ਇੱਕ ਐਕਟ ਹੋਣਾ ਚਾਹੀਦਾ, ਨਾ ਕਿ ਇਹਦੀ ਵਾਕਡੋਰ ਜਿਹੜੀ ਹੈ ਉਹ ਸੈਂਟਰ ਕੋਲ ਹੋਵੇ। ਕਿਉਂਕਿ ਜਦੋਂ ਪੋਥੀਆਂ 'ਚ ਪੜ੍ਹਦੇ ਸੀ ਤੇ ਅਰਦਾਸ ਵੀ ਪੜ੍ਹਦੇ ਸੀ, 4 ਤਖਤ ਦੀ ਅਰਦਾਸ ਹੁੰਦੀ ਸੀ। ਫਿਰ ਪੰਥ ਨੇ ਫੈਸਲਾ ਲਿਆ ਕਿ 5ਵਾਂ ਤਖਤ ਤਲਵੰਡੀ ਸਾਬੋ ਹੈ, ਪਰ ਇਹ ਗੱਲ ਸਰਕਾਰ ਤੋਂ ਮਨਵਾਉਣ ਲਈ 98-99 'ਚ ਜਾ ਕੇ ਇਹਦਾ ਨੋਟੀਫਿਕੇਸ਼ਨ ਹੋਇਆ ਤੇ ਐਕਟ 'ਚ ਤਬਦੀਲੀ ਅੱਜ ਤੱਕ ਨਹੀਂ ਹੋਈ। ਅਸੀਂ ਸਾਰੇ ਜਣੇ ਇਹ ਇੰਸਟੀਟਿਊਸ਼ਨ ਕਿਸੇ ਵੇਲੇ ਇੱਦਾਂ ਦੀ ਸੀ ਕਿ ਰਾਜੇ ਨੂੰ ਵੀ ਬਾਹਰ ਇਮਲੀ ਨਾਲ ਬੰਨ੍ਹ ਲਿਆ ਸੀ ਤੇ ਦੇਸ਼ ਦਾ ਰਾਸ਼ਟਰਪਤੀ ਵੀ ਇਸ ਇੰਸਟੀਟਿਊਸ਼ਨ ਅੱਗੇ ਖੜਾ ਸੀ ਤੇ ਹੋਮ ਮਿਨਿਸਟਰ ਜਿਹੜਾ ਉਹਨੂੰ ਥੰਮਲੇ ਨਾਲ ਤੇ ਮੁੱਖ ਮੰਤਰੀ ਨੂੰ ਥੰਮਲੇ ਨਾਲ ਬੰਨ੍ਹਿਆ ਸੀ। ਇਹ ਇਸ ਇੰਸਟੀਟਿਊਸ਼ਨ ਦੀ ਤੁਸੀਂ ਕਹੋ ਕਿ ਵਡਿਆਈ ਸੀ, ਪਰ ਜਦੋਂ ਹਲਕੇ ਬੰਦੇ ਬਹਿ ਜਾਣ ਤੇ ਸੰਸਥਾ ਦਾ ਵੀ ਬੇੜਾ ਗਰਕ ਹੋ ਜਾਂਦਾ ਹੈ। ਆਪਣੀ ਇਸ ਜਰਨੀ ਬਾਰੇ ਥੋੜਾ ਜਿਹਾ ਜ਼ਿਕਰ ਕੀਤਾ ਹੈ। ਮੈਂ ਇਸ ਗੱਲ ਨੂੰ ਥੋੜਾ ਜਿਹਾ ਵਿਸਥਾਰ ਦੇ ਨਾਲ ਮੈਂ ਸਟੇਜ ਸਕੱਤਰ ਸਾਹਿਬ 2-4-5 ਮਿੰਟ ਦੂਜਿਆਂ ਨਾਲੋਂ ਵੱਧ ਲਵਾਂਗਾ। ਅਸੀਂ ਜਦੋਂ ਪੰਥਕ ਤਾਲਮੇਲ ਸੰਗਠਨ ਦਾ ਇਹ ਸੁਪਨਾ ਸੀ, ਇਹ ਸੁਪਨਾ ਹੈ ਕੀ ਸੀ? ਮੈਨੂੰ ਲੱਗਦਾ ਹੈ ਕਿ ਜੇ ਮੈਂ ਪਿਛੋਕੜ ਵੱਲ ਝਾਤੀ ਮਾਰਾਂ ਤੇ ਸ਼ਾਇਦ 15-16 ਸਾਲ ਪੁਰਾਣੀ ਗੱਲ ਹੋਏਗੀ, ਉਸ ਤੋਂ ਵੀ ਸ਼ਾਇਦ ਪੁਰਾਣੀ ਹੋਵੇ। ਸਰਦਾਰ ਹਰਜੀਤ ਸਿੰਘ ਜੀ ਸਿੱਖ ਮਿਸ਼ਨਰੀ ਕਾਲਜ ਦੇ ਜਿਹੜੇ ਅੱਜ ਕੱਲ੍ਹ ਚੇਅਰਮੈਨ ਨੇ, ਉਹਨਾਂ ਦੇ ਘਰ ਬਾਬਾ ਜੀ ਦੇ ਕਮਰੇ 'ਚ ਉਹਨਾਂ ਦੇ ਅਸੀਂ ਬੈਠ ਕੇ ਇੱਕ ਸੰਗਤ ਕੀਤੀ, ਇਕੱਠੇ ਹੋਏ ਤੇ ਉੱਥੇ ਗੱਲਾਂ ਕਰਦੇ ਕਰਦੇ ਇੱਕ ਇਹ ਆਇਆ ਕਿ ਅਸੀਂ ਕੁਝ ਇਕੱਠੇ ਹੋ ਕੇ ਸੰਸਥਾਵਾਂ ਕੁਝ ਕਰ ਲਈਏ। ਪਰ ਉਹ ਜਿਵੇਂ ਸੁਪਨੇ ਵਰਗਾ ਸੀਗਾ, ਬੁਲਬੁਲੇ ਵਰਗਾ ਸੀਗਾ, ਪਰ ਉਹਦੇ 'ਚ ਅੰਤ ਨੂੰ ਦਿੱਲੀ ਦੀ ਇੱਕ ਬੈਠਕ ਦੇ ਵਿੱਚ ਜਿਹੜੀ ਹੈ ਉਹਨੂੰ ਪਕਿਆਈ ਮਿਲੀ ਤੇ ਉੱਥੋਂ ਪੰਥਕ ਤਾਲਮੇਲ ਸੰਗਠਨ ਜਿਹੜਾ ਨਿਕਲ ਕੇ ਤਕਰੀਬਨ ਅੱਜ ਤੋਂ 10 ਸਾਲ ਪਹਿਲਾਂ 11-12 ਦੇ ਵਿੱਚ ਇਹ ਸਾਹਮਣੇ ਆਇਆ ਤੇ ਬਹੁਤ ਸਾਰੀਆਂ ਸੰਸਥਾਵਾਂ ਤੱਕ ਇੰਡੀਵਿਜੂਅਲ ਪਹੁੰਚ ਕੀਤੀ ਗਈ, ਮਿਲਿਆ ਗਿਆ, ਪਤਵੰਤੇ ਸੱਜਣਾ ਨੂੰ ਮਿਲਿਆ ਗਿਆ। ਇਸੇ ਕਰਕੇ ਅਸੀਂ ਪੰਥਕ ਤਾਲਮੇਲ ਸੰਗਠਨ ਦੇ ਜਿਹੜਾ ਥੱਲੇ ਲਿਖਦੇ ਹਾਂ ਪੰਥਕ ਸੰਸਥਾਵਾਂ ਅਤੇ ਪੰਥਕ ਵਿਦਵਾਨਾਂ ਦਾ ਸਾਂਝਾ ਮੁਹਾਜ। ਇਹਦੇ 'ਚ ਹਰੇਕ ਇੰਡੀਵਿਜੂਅਲ ਤੇ ਹਰੇਕ ਸੰਸਥਾ ਬਰਾਬਰ ਨੇ। ਇੰਡੀਵਿਜੂਅਲ ਦੇ ਵਿਚਾਰਾਂ ਨੂੰ ਵੀ ਉਨੀ ਮਾਨਤਾ ਹੈ ਤੇ ਸੰਸਥਾ ਦੇ ਵਿਚਾਰਾਂ ਨੂੰ, ਉਹਦੀਆਂ ਭਾਵਨਾਵਾਂ ਨੂੰ ਵੀ ਉਨੀ ਮਾਨਤਾ ਹੈ ਕਿ ਰਲ ਕੇ ਇੱਕ ਇੱਦਾਂ ਦੀ ਮੁਹਿੰਮ ਬਣਾ ਸਕੀਏ ਕਿ ਜਿਹੜੀ ਮੁਹਿੰਮ ਪੰਥ ਦੇ ਸਰੋਕਾਰਾਂ ਨੂੰ, ਕਿਉਂਕਿ ਅਸੀਂ ਜਦੋਂ ਅਕਾਲੀ ਦਲ ਦਾ ਇਤਿਹਾਸ ਦੇਖਦੇ ਹਾਂ ਤੇ ਉਹਦੀ ਜਦੋਂ ਸਿਆਸੀ ਪ੍ਰਕਿਰਿਆ ਸੀ ਤੇ ਉਹਦਾ ਜਿਹੜਾ ਪ੍ਰੀਫੇਸ, ਜੇ ਪਹਿਲੇ 2 ਸ਼ਬਦ ਇਹ ਸੀਗੇ ਕਿ ਸਿੱਖਾਂ ਦੀ ਇੱਕੋ ਇੱਕ ਸਿਆਸੀ ਮਰਜ਼ੀ। ਹੁਣ ਉਹ ਸਿੱਖਾਂ ਦੀ ਸਿਆਸੀ ਮਰਜ਼ੀ ਤੋਂ ਕਿਵੇਂ ਡਿਟਰੇਟ ਹੋ ਕੇ ਇੱਕ ਪਰਿਵਾਰ ਦੀ ਜਿਹੜੀ ਹੈ ਉਹ ਪਾਲਣਾ 'ਤੇ ਲੱਗ ਗਿਆ। ਇਹ ਜਰਨੀ ਅਸੀਂ ਸਾਰਿਆਂ ਨੇ ਜਾਣਦੇ ਹਾਂ, ਸਮਝਦੇ ਹਾਂ ਤੇ ਵੇਖੀ ਹੈ ਆਪਣੇ ਸਾਹਮਣੇ, ਉਹ ਸਾਰਿਆਂ ਨੂੰ ਪਤਾ ਹੈ। ਪਰ ਵੱਡੀ ਜਿਹੜੀ ਗੱਲ ਹੋਈ ਉਹ ਇਹ ਸੀ ਕਿ ਅਸੀਂ ਇਹਨਾਂ ਸਾਰੀ ਭੀੜ 'ਚ, ਇਸ ਸਾਰੇ ਰਾਮ ਰੋਲੇ 'ਚ, ਇਸ ਸਾਰੀ ਭੱਜ ਦੌੜ 'ਚ ਅਸੀਂ ਉਹ ਗੱਲਾਂ ਮਿਸ ਕਰ ਗਏ, ਅਸੀਂ ਉਹ ਚੀਜ਼ਾਂ ਛੱਡ ਗਏ ਜਿਹੜੀਆਂ ਪੰਥ ਦੀ ਭਵਿੱਖ ਲਈ ਬਹੁਤ ਜ਼ਰੂਰੀ ਸਨ। ਪੰਥ ਨੂੰ ਆਪਸ 'ਚ ਸਿਰ ਜੋੜ ਕੇ ਬੈਠ ਕੇ ਕੋਈ ਨਵੀਂ ਵਿਉਂਤ ਘੜਨ ਦੀ ਲੋੜ ਸੀ। ਹੁਣ ਇਹ ਜ਼ਿੰਮੇਵਾਰੀ ਸੱਜੇ ਖੱਬੇ ਵੇਖਦੇ ਅੰਤ ਨੂੰ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਮਾਮਲਾ ਆਇਆ ਤੇ ਲੋਕਾਂ 'ਚ ਇੱਕ ਰੋਹ, ਉਤਸ਼ਾਹ ਤੇ ਉਹ ਜਿਹੜਾ ਸਾਡੀ ਕਰਨੀ ਨੂੰ, ਸਾਡੀ ਹੋਂਦ ਨੂੰ ਜੱਫਾ ਮਾਰ ਕੇ ਬੈਠੇ ਸੀ, ਉਹ ਹੌਲੀ ਹੌਲੀ ਖੁੱਲ੍ਹ ਗਿਆ ਤੇ ਅੱਜ ਪੰਥ ਜਿਹੜਾ ਆਜ਼ਾਦ ਹੋ ਕੇ ਆਪਣੀ ਗੱਲ ਨੂੰ ਸੋਚਣ ਸਮਝਣ ਤੇ ਆਪਣੀ ਗੱਲ ਨੂੰ ਅੱਗੇ ਰੱਖਣ ਦੀ ਜਿਹੜੀ ਹੈ ਉਹ ਵਿਉਂਤ ਘੜਨ ਲੱਗ ਪਿਆ। ਉਸ ਵਿਉਂਤ 'ਚੋਂ ਪੰਥਕ ਅਸੈਂਬਲੀ ਨਿਕਲੀ, ਉਸ ਵਿਉਂਤ 'ਚੋਂ ਗੱਲਾਂ ਕਰਦੇ ਕਰਦੇ ਅਸੀਂ ਉਸ ਪਾਏ 'ਤੇ ਪਹੁੰਚੇ ਕਿ ਸਾਡੀਆਂ ਲੋੜਾਂ ਹੈ ਕੀ ਨੇ। ਤੁਹਾਡੇ ਹੱਥ 'ਚ ਪਰਚਾ ਪਹੁੰਚ ਗਿਆ 4 ਪੇਜਾਂ ਦਾ
कि असी बड़ो पक्खी ਜਿਹੜੀਆਂ ਗੱਲਾਂ ਨੇ ਅਸੀਂ ਕਰਦੇ ਹਾਂ, ਦਰਦ ਉਪਜਦਾ ਹੈ, ਪਰ ਐਟ ਦ ਐਂਡ ਆਫ ਦਾ ਡੇ ਅਸੀਂ ਦੁਬਾਰਾ ਉਹ ਘਟਨਾ ਹੋਣ ਦਾ ਇੰਤਜ਼ਾਰ ਕਰਦੇ ਹਾਂ, ਦੁਬਾਰਾ ਉਹ ਜਿਹਾ ਦਰਦ ਪ੍ਰਗਟਾ ਕਰਨ ਦੇ ਲਈ ਇਨ ਬਿਟਵੀਨ ਅਸੀਂ ਸੁੱਤੇ ਰਹਿੰਦੇ ਹਾਂ। ਅਤੇ ਕੀ ਇਹਦੇ 'ਤੇ ਕੁਝ ਅਗਾਊਂ ਸੋਚਿਆ ਜਾ ਸਕਦਾ ਹੈ? ਕੀ ਇਹਦੇ 'ਤੇ ਕੁਝ ਇੱਦਾਂ ਦਾ ਕੀਤਾ ਜਾ ਸਕਦਾ ਹੈ ਕਿ ਜੇ ਲਾਅ ਆਫ ਦਾ ਲੈਂਡ ਜਿਹੜਾ ਹੈ ਉਹਨੂੰ ਆਪਣੇ ਹੱਕ 'ਚ ਵਰਤ ਲਈਏ? ਕੀ ਅਸੀਂ ਇੱਦਾਂ ਦਾ ਕਰ ਸਕਦੇ ਹਾਂ ਕਿ ਅਸੀਂ ਆਵਾਜ਼ ਚੁੱਕੀਏ ਅਤੇ ਇੱਕ ਵਿਜ਼ਨ ਕ੍ਰੀਏਟ ਕਰ ਦਈਏ ਅਤੇ ਹਰ ਘਰ 'ਚ ਬੈਠਾ ਬੱਚਾ, ਹਰ ਘਰ 'ਚ ਬੈਠੀ ਟੀਵੀ ਵਿਅਕਤੀ, ਸੰਸਥਾਵਾਂ 'ਚ ਬੈਠੇ ਲੋਕ ਇਹ ਕਹਿਣ ਜੀ ਕਿ ਇਹ ਤਾਂ ਸਾਡਾ ਵੀ ਵਿਜ਼ਨ ਹੈ, ਇਹ ਤਾਂ ਅਸੀਂ ਵੀ ਸੋਚਦੇ ਹਾਂ ਕਿ ਇਹ ਬਹੁਤ ਜ਼ਰੂਰੀ ਨੇ। ਹੁਣ ਮੈਂ ਇਹਨਾਂ ਦੇ ਉੱਤੇ 2-2 ਮਿੰਟ ਲਈ ਗੱਲ ਕਰ ਲਾਂਗਾ, ਕਿਉਂਕਿ ਜਦੋਂ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਗੱਲ ਕਰਦੇ ਹਾਂ ਤੇ ਤਕਰੀਬਨ 100 ਸਾਲ ਹੋ ਗਏ, ਤੇ ਉਹਦਾ ਜਿਹੜਾ ਐਕਟ ਹੈ ਉਹ ਐਕਟ ਇਸ ਢੰਗ ਦੇ ਨਾਲ ਉਦੋਂ ਵਿਉਂਤਿਆ ਗਿਆ, ਉਹਦੇ ਕੀ ਕਾਰਨ ਸੀ, ਕੀ ਹੈ, ਮੈਂ ਉਸ ਡਿਟੇਲ 'ਚ ਨਹੀਂ ਜਾਂਦਾ। ਸਰ ਜਸਪਾਲ ਸਿੰਘ ਜੀ ਤੁਹਾਡੇ ਨਾਲ ਉਹਦੇ 'ਤੇ ਗੱਲ ਕਰ ਲੈਣਗੇ ਬੇਸ਼ੱਕ, ਪਰ ਅਸੀਂ ਇਹ ਸੋਚਦੇ ਹਾਂ ਅੱਜ ਦੇ ਸਮੇਂ 'ਚ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਹੜਾ ਐਕਟ ਹੈ ਇਹ ਪੰਜਾਬ ਦਾ ਆਪਣਾ ਇੱਕ ਐਕਟ ਹੋਣਾ ਚਾਹੀਦਾ, ਨਾ ਕਿ ਇਹਦੀ ਵਾਕਡੋਰ ਜਿਹੜੀ ਹੈ ਉਹ ਸੈਂਟਰ ਕੋਲ ਹੋਵੇ। ਕਿਉਂਕਿ ਜਦੋਂ ਇਹ ਐਕਟ ਬਣਿਆ ਸੀ ਉਦੋਂ ਵੀ ਇਹ ਪੰਜਾਬ ਦਾ ਐਕਟ ਸੀ, ਪਹਿਲੇ ਲਹਿੰਦਾ ਅਤੇ ਚੜ੍ਹਦਾ ਪੰਜਾਬ ਵੱਖਰੇ ਵੱਖਰੇ ਹੋਏ, ਫਿਰ ਇਸ ਪੰਜਾਬ ਦੇ 3 ਹਿੱਸੇ ਹੋਏ, ਅਤੇ ਜਿਹੜਾ ਰੀਆਰਗਨਾਈਜੇਸ਼ਨ ਐਕਟ ਹੈ ਉਹਦੀ ਧਾਰਾ 72 ਤਹਿਤ ਜਿਹੜੀਆਂ ਕਾਰਪੋਰੇਸ਼ਨਸ ਅਤੇ ਕਾਰਪੋਰੇਟਸ ਜਿਹੜੇ ਇੰਟਰ ਸਟੇਟ ਸੀਗੇ ਉਹਨਾਂ ਦਾ ਜਿਹੜਾ ਪ੍ਰਬੰਧ ਹੈ ਹੋਮ ਮਿਨਿਸਟਰੀ ਕੋਲ ਚਲੇ ਗਿਆ। ਜਿਵੇਂ ਸਾਡਾ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਚਲੇ ਗਿਆ, ਜਿਵੇਂ ਪੰਜਾਬ ਯੂਨੀਵਰਸਿਟੀ ਚਲੇ ਗਈ, ਉਵੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਬੰਧ ਜਿਹੜਾ ਉਹ ਹੋਮ ਮਿਨਿਸਟਰੀ ਕੋਲ ਚਲੇ ਗਿਆ। ਉਹਦੀਆਂ ਆਪਣੀਆਂ ਇੱਕ ਤਰ੍ਹਾਂ ਦੀਆਂ ਖਾਮੀਆਂ ਆ ਗਈਆਂ ਉਹਦੇ 'ਚ। ਜਿਹੜਾ ਵੀ ਕੰਮ ਹੋਣਾ, ਵੈਸੇ ਤਾਂ ਐਕਟ 'ਚ ਕੋਈ ਵੀ ਅਮੈਂਡਮੈਂਟ ਕਰਨੀ ਹੈ ਉਹਦੇ ਲਈ ਪਾਰਲੀਮੈਂਟ ਦੇ ਵਿੱਚ ਉਹਦਾ ਜਾਣਾ ਜ਼ਰੂਰੀ ਹੈ ਅਮੈਂਡਮੈਂਟ ਦਾ, ਪਰ ਨੋਟੀਫਿਕੇਸ਼ਨ ਦੇ ਨਾਲ ਅਮੈਂਡਮੈਂਟ ਹੋਣ ਲੱਗ ਪਈਆਂ। ਜੇ ਮੈਂ ਤੁਹਾਨੂੰ ਦੱਸਾਂ ਕਿ ਅਸੀਂ ਜਦੋਂ ਤੁਹਾਡੇ 'ਚੋਂ ਵੀ ਲੋਕ ਯਾਦ ਹੋਏਗਾ ਕਿ ਅਸੀਂ ਪਹਿਲੇ ਜਦੋਂ ਪੋਥੀਆਂ 'ਚ ਪੜ੍ਹਦੇ ਸੀ ਅਤੇ ਅਰਦਾਸ ਵੀ ਪੜ੍ਹਦੇ ਸੀ, 4 ਤਖਤ ਦੀ ਅਰਦਾਸ ਹੁੰਦੀ ਸੀ। ਫਿਰ ਪੰਥ ਨੇ ਫੈਸਲਾ ਲਿਆ ਕਿ 5ਵਾਂ ਤਖਤ ਤਲਵੰਡੀ ਸਾਬੋ ਹੈ, ਪਰ ਇਹ ਗੱਲ ਸਰਕਾਰ ਤੋਂ ਮਨਵਾਉਣ ਲਈ 98-99 'ਚ ਜਾ ਕੇ ਇਹਦਾ ਨੋਟੀਫਿਕੇਸ਼ਨ ਹੋਇਆ ਅਤੇ ਐਕਟ 'ਚ ਤਬਦੀਲੀ ਅੱਜ ਤੱਕ ਨਹੀਂ ਹੋਈ। ਇਹ ਸਾਡੀ ਮਤਲਬ ਜਿਹੜੀ ਹੈ ਉਹ ਸਥਿਤੀ ਹੈ। ਅਤੇ ਜੇ ਇਹੀ ਗੱਲ ਮੰਨ ਲਓ ਪੰਜਾਬ 'ਚ ਹੁੰਦੀ, ਪੰਜਾਬ 'ਚ ਕਿਸੇ ਦੀ ਵੀ ਸਰਕਾਰ ਹੋਵੇ, ਪਰ ਉਹ ਜਦੋਂ ਤੁਸੀਂ ਆਪਣਾ ਏਕਾ ਕਰਕੇ ਆਪਣੀ ਕੋਈ ਗੱਲ ਕਹਿੰਦੇ ਤੇ ਉਹਨਾਂ ਨੂੰ ਉਹ ਗੱਲ ਸੁਣਨ ਲਈ ਭਾਵੇਂ ਉਹ ਵੋਟਾਂ ਦੀ ਮਜਬੂਰੀ ਜਾਂ ਵੋਟਾਂ ਦੇ ਚਸ਼ਮੇ 'ਚੋਂ ਤੁਹਾਡੀ ਗੱਲ ਨੂੰ ਕਰਦੇ, ਤੇ ਤੁਸੀਂ ਤਾਂ ਵੀ 53% ਹੋ, ਤੁਸੀਂ ਤਾਂ ਵੀ ਆਪਣੀ ਗੱਲ ਨੂੰ ਉਸੇ ਜਿਹੜੀ ਹੈ ਬੇਬਾਕੀ ਅਤੇ ਉਸੇ ਜ਼ੋਰ ਦੇ ਨਾਲ ਮਨਵਾ ਸਕਦੇ ਸੀ। ਇਸ ਕਰਕੇ ਅਸੀਂ ਕਹਿੰਦੇ ਹਾਂ ਕਿ ਪੰਜਾਬ ਦਾ ਆਪਣਾ ਐਕਟ ਹੋਣਾ ਚਾਹੀਦਾ, ਜਾਂ ਤਾਂ ਆਲ ਇੰਡੀਆ ਐਕਟ ਬਣਾ ਲਓ। ਮੈਂ ਆਲ ਇੰਡੀਆ ਐਕਟ ਦੀਆਂ ਬਹੁਤ ਸਾਰੀਆਂ ਮੀਟਿੰਗਸ ਜਿਹੜੀਆਂ ਜਸਟਿਸ ਟਿਵਾਣਾ, ਜਸਟਿਸ ਹਰਬੰਸ ਸਿੰਘ ਦੇ ਖਰੜੇ ਨੇ, ਉਹਨਾਂ ਦੇ ਉੱਤੇ ਅਸੀਂ ਕੀਤੀਆਂ। ਸੈਂਟਰ 'ਚ ਜਾ ਕੇ ਹੋਮ ਮਿਨਿਸਟਰੀ ਨਾਲ ਬਹੁਤ ਸਾਰੀਆਂ ਮੀਟਿੰਗਸ ਹੋਈਆਂ, ਪਰ ਐਟ ਦਾ ਐਂਡ ਇਹ ਹੈ ਕਿ ਦਿੱਲੀ ਵਾਲੇ, ਮਹਾਰਾਸ਼ਟਰ ਵਾਲੇ, ਪਟਨਾ ਸਾਹਿਬ ਵਾਲੇ ਉਹ ਤੁਹਾਡੇ 'ਚ ਮਰਜ ਨਹੀਂ ਹੋਣਾ ਚਾਹੁੰਦੇ, ਸਾਂਝਾ ਨਹੀਂ ਬਣਾਉਣਾ ਚਾਹੁੰਦੇ। ਉਹਨਾਂ ਨੂੰ ਇਹ ਹੱਕ ਵੀ ਹੈ ਕਿ ਉਹ ਆਪਣੀ ਸਟੇਟ ਆਪਣੇ ਤਰੀਕੇ ਮੁਤਾਬਕ ਆਪਣੇ ਹਲਕੇ ਦੇ ਇਲਾਕੇ ਦੇ ਗੁਰਦੁਆਰਿਆਂ ਦਾ ਪ੍ਰਬੰਧ ਚਲਾ ਲੈਣ, ਅਤੇ ਇਹ ਹੱਕ ਹਰਿਆਣੇ ਵਾਲਿਆਂ ਨੂੰ ਵੀ ਹੈ ਅਤੇ ਇਹ ਹੱਕ ਪੰਜਾਬ ਨੂੰ ਵੀ ਹੋਣਾ ਚਾਹੀਦਾ। ਇਹਦੇ 'ਤੇ ਸਾਡੀ ਅਸੀਂ ਜਿਹੜੀ ਹੈ ਆਪਣੇ ਸਰੋਕਾਰਾਂ 'ਚ ਇੱਕ ਵਿਜ਼ਨ ਰੱਖਿਆ ਜਿਹਨੂੰ ਅਸੀਂ ਸਰਕਾਰ ਤੱਕ ਲੈ ਕੇ ਜਾਵਾਂਗੇ। ਅਕਾਲ ਤਖਤ ਸਾਹਿਬ ਦੀ ਜਿਹੜੀ ਅਸੀਂ ਸਾਰੇ ਜਣੇ, ਇਹ ਇੰਸਟੀਟਿਊਸ਼ਨ ਕਿਸੇ ਵੇਲੇ ਇੱਦਾਂ ਦੀ ਸੀ ਕਿ ਰਾਜੇ ਨੂੰ ਵੀ ਬਾਹਰ ਇਮਲੀ ਨਾਲ ਬੰਨ੍ਹ ਲਿਆ ਸੀ, ਅਤੇ ਦੇਸ਼ ਦਾ ਰਾਸ਼ਟਰਪਤੀ ਵੀ ਇਸ ਇੰਸਟੀਟਿਊਸ਼ਨ ਅੱਗੇ ਖੜਾ ਸੀ, ਅਤੇ ਹੋਮ ਮਿਨਿਸਟਰ ਜਿਹੜਾ ਉਹਨੂੰ ਥੰਮਲੇ ਨਾਲ ਅਤੇ ਮੁੱਖ ਮੰਤਰੀ ਨੂੰ ਥੰਮਲੇ ਨਾਲ ਬੰਨ੍ਹਿਆ ਸੀ। ਇਹ ਇਸ ਇੰਸਟੀਟਿਊਸ਼ਨ ਦੀ ਤੁਸੀਂ ਕਹੋ ਕਿ ਵਡਿਆਈ ਸੀ, ਪਰ ਜਦੋਂ ਹਲਕੇ ਬੰਦੇ ਬਹਿ ਜਾਣ ਅਤੇ ਸੰਸਥਾ ਦਾ ਵੀ ਬੇੜਾ ਗਰਕ ਹੋ ਜਾਂਦਾ। ਅੱਜ ਤੁਸੀਂ ਜਦੋਂ ਇੱਕ ਧਿਆਨ ਨਾਲ ਵੇਖੋਗੇ ਤਾਂ ਤੁਹਾਨੂੰ ਇਹ ਸਮਝ ਲੱਗੇਗੀ ਕਿ ਇਹ ਸੰਸਥਾ ਇੱਕ ਪਰਿਵਾਰ ਨੂੰ ਪਾਲਣ ਦੇ ਲਈ, ਇੱਕ ਪਰਿਵਾਰ ਦੀ ਭਾਵਨਾ ਦੀ ਤਰਜਮਾਨੀ ਨੂੰ ਤੁਹਾਡੇ ਅੱਗੇ ਰੱਖਦੀ ਹੈ, ਅਤੇ ਉਹਨੂੰ ਵਡਿਆ ਕੇ ਉਹਨੂੰ ਵੱਡਾ ਕਰਨ ਦੀ ਅਤੇ ਉਹਨੂੰ ਬਚਾਉਣ ਦੀ ਕੋਸ਼ਿਸ਼ ਕਰਦੀ ਰਹੀ ਹੈ। ਉਹਦੇ ਲਈ ਜਿਹੜੀ ਹੈ ਪੰਥ 'ਚ ਇਸ ਸੰਸਥਾ ਦੀ ਅੱਜ ਉਹ ਸਥਿਤੀ ਨਹੀਂ ਰਹਿ ਗਈ, ਜਦਕਿ ਇਹ ਸਥਿਤੀ ਇਹੋ ਜਿਹੀ ਹੋਣੀ ਚਾਹੀਦੀ ਹੈ
कि सानू कौमी तौर पर किसी दूजे धर्मां च सानू दूजे देशां च जे कोई रिप्रजेंट करे तो वह अकाल तख्त करे। बाकी तो प्रबंधक कमेटियां ने, भावें वो पटना साहब दी है, भावें वो श्रोमणी कमेटी होवे, भावें हरियाणा कमेटी होवे, भावें दिल्ली कमेटी होवे, ये तो गुरुद्वारियां दे प्रबंध ते लोकल धर्म प्रचार का काम करन, पर जिहड़ी कौमी भावना की तर्जमानी करन दी गल जिहड़ी है वो जिहड़ी है तुहाडी वड्डी संस्था अकाल तख्त नूं करनी चाहिए सी। 172 देश शायद 199 ने, असी 172 लिखिया, पर जे उन्हां दी नूं तुसीं देखो तो ये हुक्मनामा उत्थे बैठे सारे सिखां ते लागू है, पर उन्हां दी जथेदार नूं दी अपॉइंटमेंट च या अकाल तख्त दे प्रबंधन च उन्हां दी कोई भागीदारी नहीं है। असी कोई इदां दा मॉडल ही नहीं सिरजिया। एक मॉडल 95 च जदों विश्व सिख सम्मेलन होया, उत्थों निकल के विश्व सिख कौंसल का सिंह साहब प्रोफैसर मनजीत सिंह साहब ज्ञानी केवल सिंह की अगवाई च निकल के आया सी, पर वो समय दियां हालातां दी गर्दश दे विच जिहड़ा वो गवाच गया, क्योंकि जिहड़े अगले जथेदार ने चार्ज लिया वो दिन भी मैं अज इत्थे नहीं कह पावांगा। मैं उन्हां मीटिंगां च भी मौजूद सी, पर वो रवैये ने कौम की हासोहीनी स्थिति बनाती, कजा उस उपराले नूं जिन्हां नूं असीं अज सब नालों वधिया जिहड़ी कम्यूनिटी प्रबंधन कहने आ ज्यूज दा, उन्होंने भी ये गल नूं समझ लिया सी कि जे सिख इदां दा प्रबंध लैके संसार च खड़े होणगे तो असीं इन्हां दे नाल खड़े होवांगे। ये गल नूं तुसीं समझो कि असीं वो किड्डा जबरदस्त जिहड़ा वो सिस्टम उदों घड़िया गया सीगा। तुसीं जदों मर्जी उहनूं गूगल करके या समझ सकते हो वर्ल्ड सिख कौंसल की चीज़ बनन जा रही सी। असीं अज ये सोचते हैं कि अकाल तख्त का अपना प्रबंध होवे। अकाल तख्त जदों 1925 का भी एक्ट बनिया, हुण कई बारी असीं कह दिंदे आ कि जी एक्ट दे विच तां जथेदार की पोस्ट नहीं सी। मैं समझदा कि उदों दे शायद अंग्रेज भी सियाणे सी, उन्हां नूं इह गल दी समझ होएगी कि जथेदार नूं किसी कानून के दायरे च नहीं बन्निया जा सकता, इस करके उन्होंने ये पोस्ट नहीं पाई होएगी। भावें श्रोमणी कमेटी ने बाद चों प्रबंध स्कीम च जथेदार की पोस्ट घड़ के तो उहदी नियुक्ति तो वो जिहड़ी है अपने हत्थ च एग्जैक्टिव च कर ली। ये गल पंथ कोल रहनी चाहिए सी, जिहड़ी नहीं रही। ਇਹਦੇ ਤੇ चिंता सानू सारिਆਂ ਨੂੰ प्रगट करनी चाहिए है। असी इदां दा एक उपराला पिछले समय जिहड़ा है वो कीता, लंबे समय जदों सरबत खालसे की गल आई सी कि अकाल तख्त की विਉਂਤ ते प्रबंध जिहड़ा है वो किदां संगति होवे। ये साडी एक सरोकारां च विजन है कि जे श्रोमणी गुरुद्वारा प्रबंधक कमेटी की सेवा तुहाडे लोकां नूं मिलदी है तो ये प्रबंधन इदां दा असी करके विखावांगे। ये ਉਹਦੇ ਤੇ ਡਾਕੂਮੈਂਟਸ ਜਿਹੜੇ ਨੇ ਉਹ ਬਿਲਕੁਲ ਤਿਆਰ ਨੇ। ਤੁਹਾਡੇ ਚੋਂ ਕੋਈ ਪੜ੍ਹਨਾ ਚਾਹਵੇ, ਉਹਨੂੰ ਸਮਝਣਾ ਚਾਹਵੇ, ਉਹਦੇ ਤੇ ਕੋਈ ਸੁਝਾਅ ਦੇਣਾ ਚਾਹੁੰਦਾ ਹੋਵੇ ਤੇ ਸਰਦਾਰ ਹਰਸਿਮਰਨ ਸਿੰਘ ਜੀ ਅਨੰਦਪੁਰ ਸਾਹਿਬ ਤੇ ਸਰਦਾਰ ਕਰਮਜੀਤ ਸਿੰਘ ਜੀ ਦੀ ਅਗਵਾਈ 'ਚ ਅਸੀਂ ਉਹ ਡਾਕੂਮੈਂਟ ਜਿਹੜਾ ਡਰਾਫਟ ਕੀਤਾ ਸੀ ਅੱਜ ਤੋਂ ਤਕਰੀਬਨ 4-5 ਸਾਲ ਪਹਿਲਾਂ। ਉਹ ਅਵੇਲੇਬਲ ਹੈ, ਤੁਸੀਂ ਜਦੋਂ ਮਰਜ਼ੀ ਉਹਦੇ ਤੇ ਉਹਨੂੰ ਪੜ੍ਹ ਸਕਦੇ ਹੋ। ਸਿੱਖ ਵਿਦਿਅਕ ਪ੍ਰਬੰਧਕੀ ਬੋਰਡ, ਅੱਛਾ हैरानी है, मैं ना पिछले दिनों ये गल नूं पढ़ना शुरू किया जदों कि सानू किवें दा प्रबंध चाहिए, क्यों चाहिए, ये तो तुसीं समझते ही होवोगे कि जे मैं मोटे रूप च कहां तो 2000 तो वध स्कूल सिखां दा पंजाब च जिहड़ा वख-वख काम कर रहा, मुबारक है। वो अपनी जगह ते अपनी समझ मुताबक अपनी विਉਂਤ मुताबक काम कर रहे होणगे, मैं किसी नूं निंददा नहीं हाँ। पर जदों तुसीं कलैक्टिव एफर्ट जिहड़ा वो मिसिंग है। उहदे चों क्यों मिसिंग है? क्योंकि असीं इस गल बारे कदे सोचिया नहीं। अज जे तुसीं ICSE ते CBSE नूं स्टडी करदे हो, पंजाब बोर्ड तुसीं सारे जानदे हो, मैं बहुता बोलांगा नहीं क्योंकि पिछे जे किताबां दा जो हाल सी तुसीं सारिਆਂ ने समझिया पढ़िया ते जाणिया होएगा। पर अज CBSE इस ढंग दे नाल स्कूलों नूं अपने गलबे च लै रहा है कि हर सबजैक्ट के नाल वो योगा कंपलसरी कर रहा है। तुसीं मैडिकल भी पढ़ना तो +1 +2 तो तुहानूं योगा नाल सबजैक्ट रखना पेगा। कंबीनेशन चेंज कर दिते, तुहाडे ते स्ट्रैस बिल्ड किया जा रहा है। वो इदां दे दिन हुण पंजाब सरकार ने पिछे जे कर दिता कि उस सिख स्कूल भी आने ने कि जी गजटड होलीडे सारियां करांगे। हुण वेख्या जाए कि तुसी महात्मा गांधी की छुट्टी भी कराओगे
तो क्रिसमस की छुट्टी भी कराओगे, स्कूल गुरु नानक साहब के नाँ से है, स्कूल गुरु गोबिंद सिंह जी के नाँ से है, स्कूल गुरु हरकृष्ण साहब पातशाह के नाँ से है। गुरपुरबां नूं असीं मनाउण लई साडे कोल स्कूल च समा नहीं है, पर सानू ये मजबूरन छुट्टियां, एक छोटा जिहा पक्ष है। NEP नैशनल एजुकेशन पॉलिसी नवीं आ गई, इक्को काम चंगा है कि 5वीं तक मात भाषा च पढ़ाना, पर उस तो इलावा सारा प्रबंध वैसे तो एजुकेशन स्टेट दा जिहड़ा है वो सबजैक्ट हुंदा सी, पर जदों एमरजेंसी च इंदिरा गांधी ने इनू स्टेट चों कढ के ते कनकरंट लिस्ट च पा लिया। हुण कनकरंट लिस्ट च ये हुंदा कि उहदे च सेंटर भी ते स्टेट भी दोवें जाने दखलअंदाजी कर सकते हैं, पर एक ले डाउन रूल है कि जदों सेंटर की किसी पॉलिसी नूं स्टेट की पॉलिसी कट नहीं सकती या उहदे ते एक्ट क्रिएट किया जाए, पर जदों कॉन्स्टिट्यूशन च प्रोविजन है कि ये कनकरंट लिस्ट च है तो फिर उन्होंने वो एक्ट भी उन्होंने कट नहीं पाता, जिवें असीं कॉन्स्टिट्यूशन दियां प्रोविजनस नूं कट नहीं पाते किसी कानून के नाल। हुण उहदे तहत जदों किताबां भी, क्योंकि पंजाब च भी जिहड़े पबलिशर ने, मैं तो ये बहुत सारा फरोलिया, आपां वखरे भी जिहड़े भी तुहाडे चों चाहण मेरे नाल डिस्कशन इस विषय ते कर लिओ कि साडे कोल ना तो अपने पबलिशर ने, ना असी थापड़ा दे के अपने पबलिशर पैदा किए। हुण जिहड़ी NEP थले जदों स्टेट बोर्ड ते दूजे बोर्ड जिहड़े सिर्फ फंक्शनरीज रह जाने हैं, पर सिलेबस डिज़ाइन उत्तों हो के आना है, तो किताबां भी तुसी सोचो कि उस ही लैवल तो सेंट्रल लैवल दियां जिहड़ियां पब्लिकेशन हाउसिस ने उन्होंने ड्राफ्ट करनी है। तो जे एक राजे नूं पढ़ाउण की गल होएगी तो महाराणा प्रताप पढ़ाया जाएगा, महाराजा रणजीत सिंह पंजाब दीयां किताबां चों भी नदारद हो जाएगा। ये गल सानूं समझनी पैनी है। इदां दीयां होर बहुत सारियां गल्लां ने, असीं ये सोचदे हां, असीं इस कगार ते आके खड़े हो गए हां कि सानूं अपना सिख एजुकेशन बोर्ड चाहिदा। हुण सवाल पैदा हुंदा है कि की सिख एजुकेशन बोर्ड एफिलीएशन दे पाएगा? बिल्कुल नहीं दे पाएगा, ये कोई दो राय नहीं, अज की डेट च नहीं दे पाएगा। पर जदों मैं इस गल नूं ICIC के संदर्भ च पढ़ना शुरू किया तो मैं समझिया कि कैंब्रिज दी सिंडीकेट ने इंडिया च आके 1956 च ICIC बोर्ड की स्थापना की, तो 58 च एक सोसाइटी बनाती, तो शायद 73 या 75 दे विच एक एक्ट है दिल्ली का जिहदे च मैंशनड है कि CBSE ते ICIC जिहड़ियां ये इम्तिहानां दा प्रबंध करते हैं, उहदे बेसिस दे उत्ते एफिलीएशनस ग्रांट कर रहे हैं। तुसीं जदों पिछे जे एक RTI राहीं ह्यूमन रिसोर्सिस डिवेलपमेंट मिनिस्ट्री जिन्हों एजुकेशन मिनिस्ट्री अजकल कहते हैं, उहदे तो सवाल पूछा गया कि ICIC बोर्ड जिहड़ा है कि इहनूं मानता प्राप्त है तुहाडे तो? उन्होंने कहा नहीं, तुहाडे वल्लों साडे वल्लों रैकगनाइज्ड नहीं है, पर वो एक्ट थले वो काम कर रहे हैं। इदां ही एक COBSE करके एक संस्था है जिहड़ी तुहाडी जिन्हों कहीदा इक्वलेंस सर्टिफिकेट्स देंदी है कि किहड़ा बोर्ड इक्वलेंट है एट पार विद द +1 +2 ऑफ द रैकगनाइज्ड बोर्ड्स, वो उत्थों मानता प्राप्त ने। वो भी संस्था जिहड़ी है एक क्लस्टर ऑफ पीपल उन्होंने बना के तो उन्होंने बनाया होया, वो एक काम चलिया जा रहा वे डाउन। अज असी जे कोई सिख एजुकेशन बोर्ड का उपराला कर देने तो मैं सोचदा असी नहीं तो 20 सालों साड़ियाँ अगली जनरेशन 25 सालों अगली जनरेशन इस पद्धर ते पहुँच जाणगियां कि वो एफिलीएशन भी ग्रांट कर पाणगियां उन्होंने जिहड़ी है, क्योंकि एफिलीएशन ग्रांट करन दे लई एक स्टेट का एग्जैक्टिव ऑर्डर या एक्ट चाहिए तो कुछ भी मिल सकता है। ये कोई बहुत वड्डी गल नहीं होंदी, किसी वेले भी कोई भी घटना वापर सकती है जे असी ये अपनी जिहड़ी है आबा प्रगट करिए कि असी इदां करना है। तो ये मैं तुहाडे चों बेनती करना चाहांगा, क्योंकि असी विदिन मंथ और 2 मंथ्स असी ये लॉन्च करन जा रहे हैं। ओदी अपनी एक बना देंगे टैंपरेरी बोर्ड जिहड़ा काम करेगा। ओदी असी 4 इशूज़ के उत्ते इनिशियली काम करांगे। क्वालिटी एनहांसमेंट ऑफ द स्कूल, उहदे च उन्होंने जिद्दां दी जिहड़ी लोड़ां ने किद्दां दी देख रखो, ब्रांड बिल्डिंग अपने सिख स्कूलों है ना, उन्होंने असी जिहड़ी उहदे ते एक्सपर्टाइज प्रोवाइड करांगे, कंसलटेंसी प्रोवाइड करांगे। सैकेंड असी टीचर ट्रेनिंग प्रोग्राम्स रन करांगे, क्योंकि जिहड़े
ਤੁਸੀਂ ਮਾफ़ करियो, ਸਾਡੇ ਚੋਂ बहुत सारे हो सकता है प्रबंधक होवो स्कूलों के, पर ਜਿਹੜੇ ਸਕੂਲ ਸਾਡੇ ਖਾਲਸਾ ਸਕੂਲ 15-20 ਏਕੜ ਦੀਆਂ ਜ਼ਮੀਨਾਂ ਨੇ, पर ਉੱਥੇ ਸਾਡੀਆਂ ਜਿਹੜੇ ਪ੍ਰਬੰਧਕ ਨੇ, ਕਿਸੇ ਦੀ ਧੀ ਲੱਗੀ ਹੈ, ਭੈਣ ਲੱਗੀ ਹੈ, ਮਾਂ ਲੱਗੀ ਹੈ, ਉਹ ਤੁਸੀਂ ਕੱਢ ਨਹੀਂ ਸਕਦੇ ਕਿਉਂਕਿ ਰੈਕਗਨਾਈਜ਼ਡ ਪੋਜੀਸ਼ਨ 'ਤੇ ਨੇ। ਉਹ ਜਿਹੜੀਆਂ ਸਰਕਾਰ ਦੀਆਂ ਗ੍ਰਾਂਟ ਇਨ ਏਡ ਜਿਹੜੀਆਂ ਪੋਸਟਾਂ ਨੇ, ਪਰ ਉਹਨਾਂ ਨੂੰ ਤੁਸੀਂ ਟ੍ਰੇਨਡ ਕਰ ਸਕਦੇ ਹੋ, ਉਹਨਾਂ ਦੇ ਰਾਹੀਂ ਕੰਮ ਲੈਣ ਲਈ ਉਹਨਾਂ ਨੂੰ ਪੈਰਟਿੰਗ ਕਰਵਾਈ ਜਾ ਸਕਦੀ ਹੈ, ਤੋਤਾ ਰਟਨ ਕਰਵਾਈ ਜਾ ਸਕਦੀ ਹੈ ਕਿ ਹੁਣ ਸਾਨੂੰ ਇਹ ਲੋੜ ਹੈ ਤੇ ਤੁਸੀਂ ਇਹ ਬੋਲ ਕੇ ਆਪਣੇ ਸਾਡੇ ਬੱਚਿਆਂ ਨੂੰ ਦੱਸ ਦਿਓ, ਕਿਉਂਕਿ ਉੱਥੇ ਵੀ ਸਾਡਾ ਹੀ ਭਵਿੱਖ ਬੈਠਾ। ਤੇ ਦੂਜੇ ਜਿਹੜੇ ਸਕੂਲ ਨੇ ਉਹਨਾਂ ਦੀ ਵੀ ਮੰਨ ਲਓ, ਮੈਂ ਇੱਕ ਵੱਡਾ ਸਕੂਲ ਹੈ ਕੋਈ ਸ਼ਿਵਾਲਿਕ ਪਬਲਿਕ ਸਕੂਲ ਮੋਹਾਲੀ ਤੇ ਇੱਕ ਪਿੰਡ 'ਚ ਸਾਡੇ ਵਰਗਾ ਸਕੂਲ ਹੈ, ਉਹਨਾਂ ਨੂੰ ਆਪਸ 'ਚ ਅਸੀਂ ਪੇਅਰਿੰਗ ਕਰ ਦਿੰਦੇ ਹਾਂ ਤੇ ਹੋ ਸਕਦਾ ਇਨਫੋਰਮੇਸ਼ਨ ਸ਼ੇਅਰਿੰਗ ਦੇ ਨਾਲ ਉਹ ਵੱਡਾ ਸਕੂਲ ਛੋਟੇ ਸਕੂਲ ਨੂੰ ਵੀ ਅਪਲਿਫਟ ਕਰ ਜੇ, ਉਹ ਸਟੂਡੈਂਟ ਐਕਸਚੇਂਜ ਪ੍ਰੋਗਰਾਮ। ਤੀਜਾ ਅਸੀਂ ਇੱਦਾਂ ਦਾ ਪਲਾਨ ਕਰਾਂਗੇ ਕਿ ਜਿਹੜੀਆਂ ਗ੍ਰਾਂਟਸ ਨੇ, ਮੈਂ ਤੁਹਾਨੂੰ ਇੱਕ ਛੋਟੀ ਜਿਹੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ। ਨਿਸ਼ਕਾਮ ਵਾਲੇ ਗ੍ਰਾਂਟ ਦੇ ਰਹੇ ਨੇ, ਹਿਊਮਨ ਰਿਸੋਰਸ ਡਿਵੈਲਪਮੈਂਟ ਵਾਲੇ ਗ੍ਰਾਂਟ ਦੇ ਰਹੇ ਨੇ, ਹੋਰ ਬਹੁਤ ਸਾਰੀਆਂ ਗ੍ਰਾਂਟਾਂ ਨੇ, ਪਰ ਇੱਕ ਮੌਲਾਨਾ ਅਬਦੁਲ ਕਲਾਮ ਫੰਡ ਹੈ, ਇੱਕ 300 ਕਰੋੜ ਰੁਪਏ ਦਾ ਫੰਡ ਹੈ, 15 ਮਾਈਨੋਰਟੀਜ਼ ਲਈ ਫੰਡ ਹੈ, 15 ਮੈਂਬਰੀ ਟੀਮ ਉਹਨੂੰ ਚਲਾਉਂਦੀ ਹੈ, ਜਿਹਦੇ 'ਚ 14 ਮੁਸਲਮਾਨ ਨੇ, ਇੱਕ ਸਰਦਾਰ ਹੈ, ਪਰ ਸਿੱਖਾਂ ਨੇ 1.25 ਕਰੋੜ ਰੁਪਈਆ ਉਹਦੇ 'ਚ ਸਿਰਫ ਆਪਣਾ ਸਾਨੂੰ ਮਿਲਿਆ ਪਿਛਲੇ ਸਾਲ, ਜਿਹਦੇ 'ਚ ਮਾਈਨੋਰਟੀ ਐਜੂਕੇਸ਼ਨ ਨੂੰ ਮਤਲਬ ਸਿਰਫ ਸਕਾਲਰਸ਼ਿਪ ਹੀ ਨਹੀਂ ਹੈ, JRF ਤੱਕ, ਰਿਸਰਚ ਫੈਲੋ ਤੱਕ, ਪਰ ਉਹਦੇ ਨਾਲ ਨਾਲ ਉਹਨਾਂ ਦੀਆਂ ਬਿਲਡਿੰਗਸ, ਵਾਸ਼ਰੂਮਸ, ਇੱਦਾਂ ਦੀਆਂ ਹੋਰ ਚੀਜ਼ਾਂ ਲਈ ਗ੍ਰਾਂਟਾਂ ਨੇ। ਮੁਲਤਾਨੀ ਸਾਹਿਬ ਬੈਠੇ ਨੇ, ਇਹਨਾਂ ਨੇ ਜਿਹੜੀ ਮਾਈਨੋਰਟੀ ਸਕਾਲਰਸ਼ਿਪ ਦੇ ਉੱਤੇ ਕੰਮ ਕੀਤਾ। ਅੱਜ ਸ਼ਾਇਦ ਪਿਛਲੀ ਵਾਰੀ 300 ਕਰੋੜ ਰੁਪਈਆ, 150 ਕਰੋੜ ਰੁਪਈਆ ਪੰਜਾਬ 'ਚ ਮਾਈਨੋਰਟੀ ਐਜੂਕੇਸ਼ਨ ਦਾ ਇਹ ਲੈ ਕੇ ਆਏ ਨੇ। ਕੁਦੋਸ ਟੂ ਹਿਮ ਕਿ ਇਹਨਾਂ ਨੇ ਸਿੰਗਲ ਹੈਂਡਡਲੀ ਆਪਣੀ ਟੀਮ ਦੇ ਨਾਲ ਕਨਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨ ਜਿਹੜੀ ਹੈ, ਇਹਨਾਂ ਨੇ ਚੰਡੀਗੜ੍ਹ ਤੋਂ ਜਨਰਲ ਕਰਤਾਰ ਸਿੰਘ ਜੀ ਜਿਹੜੇ ਨੇ ਸਾਡੇ ਸਾਰਿਆਂ ਦੇ ਬੜੇ ਮਾਣਯੋਗ ਆਦਰਯੋਗ ਸ਼ਖਸੀਅਤ ਸੀਗੇ, ਚੜ੍ਹਾਈ ਕਰਕੇ ਮੁਲਤਾਨੀ ਜੀ ਉਹਨੂੰ ਅੱਗੇ ਦੇਖ ਰਹੇ ਨੇ ਤੇ ਬੜਾ ਵਧੀਆ। ਇੱਦਾਂ ਹੀ ਹੋਰ ਸਾਰੀਆਂ ਬਹੁਤ ਸਾਰੀਆਂ ਗ੍ਰਾਂਟਾਂ ਨੇ, ਨੈਸ਼ਨਲ ਤੇ ਇੰਟਰਨੈਸ਼ਨਲ। ਫੋਰਡ ਫਾਊਂਡੇਸ਼ਨ ਦੇ ਰਹੀ ਹੈ, ਹੋਰ ਇੱਦਾਂ ਦੀਆਂ ਸੰਸਥਾਵਾਂ ਗ੍ਰਾਂਟਸ ਦੇ ਰਹੀਆਂ ਜਿਹੜੀਆਂ ਸਾਡੇ ਸਕੂਲਾਂ ਤੱਕ। ਪਿੱਛੇ ਜੇ ਇੱਕ ਗ੍ਰਾਂਟ ਸ਼ੁਰੂ ਹੋਈ ਕਿ ਸਕੂਲਾਂ ਨੂੰ ਜਿਹੜੀ ਹੈ STEM ਲੈਬਸ, ਅਟਲ ਟਿੰਕਰਿੰਗ ਲੈਬਸ, 12 ਲੱਖ ਤੋਂ 20 ਲੱਖ ਰੁਪਇਆ 5 ਸਾਲ ਉਹਨੂੰ ਚਲਾਉਣ ਲਈ 2-2 ਲੱਖ ਰੁਪਇਆ ਮਿਲਦਾ ਰਿਹਾ। ਅਸੀਂ APKF ਸਕੂਲ 'ਚੋਂ ਗ੍ਰਾਂਟ ਲੈ ਕੇ ਆਂਦੀ, ਹੋਰ ਸਕੂਲਾਂ ਨੂੰ ਦਵਾਈ। ਇੱਦਾਂ ਦੀਆਂ ਚੀਜ਼ਾਂ ਅਸੀਂ ਸਿੱਖ ਐਜੂਕੇਸ਼ਨ ਬੋਰਡ ਰਾਹੀਂ ਹਰੇਕ ਸਕੂਲ ਤੱਕ ਪਹੁੰਚਾਉਣ ਲਈ ਕੰਮ ਕਰੀਏ। ਚੌਥਾ ਪੁਆਇੰਟ ਹੋਏਗਾ ਵੁੱਡ ਬੀ ਟੀਚਰਸ। ਹੁਣ ਸਾਡੀ ਪ੍ਰੋਬਲਮ ਕੀ ਹੈ, ਤੁਸੀਂ ਆਪਣੇ ਪਰਿਵਾਰਾਂ 'ਚ ਵੀ ਝਾਤੀ ਮਾਰਿਓ ਕਿ ਬਾਏ ਚੁਆਇਸ ਕੌਣ ਟੀਚਰ ਹੈ। ਬਾਏ ਚੁਆਇਸ ਓਨਲੀ 2% ਪੀਪਲ ਆਰ ਬਾਏ ਚੁਆਇਸ ਟੀਚਰਸ। ਬਾਕੀ ਐਕਸੀਡੈਂਟਲ ਟੀਚਰਸ ਨੇ, ਜਿਹੜੇ ਨੂੰ ਸੱਸ ਨੇ ਕਹਿਤਾ ਕਿ ਤੂੰ ਘਰ ਵਿਹਲੀ ਬੈਠੀ ਹੈ, ਪੜ੍ਹਾ ਲੈ, B.Ed ਕਰ ਲੈ, ਉਹ B.Ed ਸੱਜਿਓ ਖੱਬਿਓ ਕੀਤੀ, ਕਿਸੇ ਸਕੂਲ 'ਚ ਲੱਗੀ, ਉਹਨਾਂ ਨੂੰ ਉਹ ਪੈਸ਼ਨ ਨਹੀਂ ਹੈ। ਹੁਣ ਉਹ ਜਿਹੜੇ ਟੀਚਰ ਨੇ ਉਹ ਬੇਰੋਜ਼ਗਾਰ ਅਧਿਆਪਕ ਰੋਜ਼ ਸੜਕਾਂ 'ਤੇ ਨੇ। ਸ਼ਬਦ ਦੇਖੋ, ਬੇਰੋਜ਼ਗਾਰ ਅਧਿਆਪਕ, ਕਿਉਂਕਿ B.Ed ਕਰ ਲਈ ਤੇ ਉਹਨਾਂ ਨੂੰ ਲੱਗਦਾ ਕਿ ਹੁਣ ਸਾਡੀ ਇਹ ਰਾਈਟ ਹੈ ਕਿ ਅਸੀਂ ਪਹੁੰਚਣਾ, ਪਰ ਉਹ ਹਜ਼ਾਰਾਂ ਪੋਸਟਾਂ, ਲੱਖਾਂ ਪੋਸਟਾਂ ਪ੍ਰਾਈਵੇਟ ਸਕੂਲਾਂ 'ਚ ਇੱਦਾਂ ਦੀਆਂ ਪਈਆਂ ਨੇ ਜਿਹੜੀਆਂ ਜਿੱਥੇ ਅਧਿਆਪਕ ਲੱਭਦੇ ਨਹੀਂ ਹੈ, ਪਰ ਉਹ ਇੰਪਲੋਏਬਲ ਨਹੀਂ ਨੇ, ਕਿਉਂਕਿ ਉਹਨਾਂ ਦੀ ਐਕੂਮੈਨ ਜਿਹੜੀ ਹੈ ਉਹ ਉਸ ਲੈਵਲ ਦੀ ਨਹੀਂ ਹੈ ਕਿ ਪ੍ਰਾਈਵੇਟ ਸਕੂਲ ਉਹਨਾਂ ਨੂੰ ਹਾਇਰ ਕਰ ਸਕੇ। ਹੁਣ ਜਿਹੜੇ ਵੁੱਡ ਬੀ ਟੀਚਰਸ ਨੇ ਉਹਨਾਂ ਨੂੰ ਸਿੱਖ ਐਜੂਕੇਸ਼ਨ ਬੋਰਡ ਉਹਨਾਂ ਦੀ ਟ੍ਰੇਨਿੰਗ ਕਰੇ, ਤਿਆਰੀ ਕਰੇ। ਮੈਂ ਵੀਰ ਪਰਮਜੀਤ ਸਿੰਘ ਜੀ ਨਾਲ, ਯਾਦ ਹੋਏਗਾ, ਆਪਾਂ ਚੰਡੀਗੜ੍ਹ ਬੈਠੇ ਇਸ ਮੁੱਦੇ ਦੇ ਉੱਤੇ ਗੱਲ ਵੀ ਕੀਤੀ ਸੀ ਕਿ ਤੁਸੀਂ ਸੈਂਟਰ, ਤੁਹਾਡੇ ਕੋਲ ਜਗ੍ਹਾ ਚੰਡੀਗੜ੍ਹ ਕਿੱਦਾਂ ਦਾ ਬਣਾ ਦਿਓ ਕਿ ਜਿਹੜੇ ਵੁੱਡ ਬੀ ਟੀਚਰਸ ਨੇ ਉਹਨਾਂ ਨੂੰ 3 ਮਹੀਨੇ ਦੀ ਇੱਦਾਂ ਦੀ ਟ੍ਰੇਨਿੰਗ ਦੇ ਦਈਏ ਕਿ ਉਹ ਇੰਪਲੋਏਬਲ ਹੋ ਜਾਣ। ਤੇ ਸਾਡੀਆਂ ਆਪਣੀਆਂ ਸੰਸਥਾਵਾਂ 'ਚ ਜਿਹੜਾ ਵੈਕਿਊਮ ਹੈ ਉਹ ਅਸੀਂ ਸਿੱਖ ਬੱਚਿਆਂ ਰਾਹੀਂ ਭਰ ਲਈਏ। ਦੇਖੋ, ਪ੍ਰੋਬਲਮ ਆਪਣੇ ਆਪ 'ਚ ਇੱਕ ਸਮੱਸਿਆ ਹੈ। ਸਕੂਲ ਅਕਾਲ ਪੁਰਖ ਕੀ ਫੌਜ ਪਬਲਿਕ ਸਕੂਲ, ਭਾਈ ਗੁਰਦਾਸ ਅਕੈਡਮੀ, ਫਲਾਣਾ ਗੁਰੂ ਨਾਨਕ ਸਕੂਲ, ਫਲਾਣਾ ਗੁਰੂ ਹਰਕ੍ਰਿਸ਼ਨ ਸਕੂਲ। ਮੈਨੂੰ ਸ਼ਾਇਦ ਤੁਸੀਂ TV ਰਾਹੀਂ ਜਿਹੜੇ ਕੋਈ ਸੁਣ ਲੈਣ ਤੇ ਮੁਤਸਬੀ ਵੀ ਕਹਿ ਦੇਣਾ ਸੀ, ਕੋਈ ਗੱਲ ਨਹੀਂ, ਪਰ ਉਹਨਾਂ 'ਚ ਮੋਸਟ ਆਫ ਦਾ EMPLOYEES, ਕਿਉਂਕਿ ਅਸੀਂ ਬੱਚਿਆਂ ਦੀ ਉਹਦੇ ਨਾਲ ਪਰਵਰਿਸ਼ ਨਾਲ ਕੰਪਰੋਮਾਈਜ਼ ਨਹੀਂ ਕਰਦੇ,
ਤੇ ਉੱਥੇ ਹਿੰਦੂ ਟੀਚਰਸ ਨੇ, ਪਰ ਉਹਦੇ ਨਾਲ ਪੜ੍ਹਾਈ ਤਾਂ ਚੰਗੀ ਹੋ ਰਹੀ ਹੈ, ਪਰ ਅਸੀਂ ਬੱਚਿਆਂ ਨੂੰ ਜਿਹੜਾ ਕਲਚਰ ਦੇਣਾ ਸੀ ਉਸ ਕਲਚਰ 'ਚ ਵਿਗਾੜ ਆ ਰਿਹਾ। ਉਹ ਰੁਕ ਸਕਦਾ ਹੈ ਕਿ ਜੇ ਅਸੀਂ ਵੁੱਡ ਬੀ ਟੀਚਰਸ ਟ੍ਰੇਨਡ ਕਰਕੇ ਤੇ ਇਹ ਵੈਕਿਊਮ ਜਿਹੜਾ ਫਿਲ ਕਰਦੀ ਹੈ, ਤੇ ਫਿਰ ਸੜਕਾਂ ਤੋਂ ਵੀ ਸ਼ਾਇਦ ਥੋੜ੍ਹਾ ਭਾਰ ਅਸੀਂ ਘਟਾ ਕੇ ਤੇ ਉੱਥੇ ਤੱਕ ਪਹੁੰਚਾ ਸਕਦੇ ਹਾਂ। ਧਰਮ ਪਰਿਵਰਤਨ ਦਾ ਮਾਮਲਾ ਮੈਂ ਖੁਸ਼ਹਾਲ ਵੀਰ ਜੀ ਨੂੰ ਕਹਾਂਗਾ ਕਿ ਇਹ ਤੁਹਾਡੇ ਨਾਲ ਸਾਂਝਾ ਕਰ ਲੈਣਗੇ। ਮੈਂ ਇੱਕ ਗੱਲ ਜ਼ਰੂਰ ਇਹਦੇ 'ਚ ਕਹਿਣੀ ਹੈ, ਅਸੀਂ ਸਾਰੇ ਬਹੁਤ ਅਵੇਸਲੇ ਆ, ਸਾਡੇ ਸੱਜੇ ਖੱਬੇ ਜਿਹੜੀ ਹੈ ਨੌਕਿੰਗ ਹੋ ਚੁੱਕੀ ਹੈ, ਬੂਹਾ ਖੜਕਾਇਆ ਜਾ ਚੁੱਕਾ ਹੈ ਕਿ ਤੁਸੀਂ ਈਸਾਈ ਬਣਨਾ। ਜਿਨ੍ਹਾਂ ਦੇ ਅੰਦਰ ਤਾਂ ਸਟਰੋਂਗ ਵਿਲ ਸੀ ਉਹ ਖੜੇ ਰਹਿ ਗਏ ਤੇ ਕਈ ਮਹਿਲ ਢੱਠ ਗਏ। ਹੁਣ ਉਹ ਢੱਠੇ ਮਹਿਲ ਕਿਵੇਂ ਵਾਪਸ ਲਿਆਣੇ ਨੇ, ਤੇ ਅੱਗੋਂ ਜਿਹੜਾ ਇਹਦੇ 'ਚ ਵੀ ਇੱਕ ਅਡੰਬਰ ਚੱਲ ਪਿਆ। ਜਦੋਂ ਤੁਸੀਂ ਪਿੱਛੇ ਜੇ ਸ਼੍ਰੋਮਣੀ ਕਮੇਟੀ ਨੇ ਮੀਟਿੰਗ ਕੀਤੀ ਮਿਨੋਰਟੀ ਕਮਿਸ਼ਨ ਰਾਹੀਂ ਕ੍ਰਿਸਚਨ ਕਮਿਊਨਿਟੀ ਦੇ ਨਾਲ, ਤੇ ਮੈਂ ਉਸ ਮੀਟਿੰਗ ਦੇ ਜਦੋਂ ਵੇਰਵੇ ਲਿੱਤੇ ਤੇ ਮੈਨੂੰ ਦੱਸਿਆ ਗਿਆ ਕਿ ਜੀ ਉਹ ਕਹਿੰਦੇ ਕਿ ਅਸੀਂ ਇਹ ਜਿਹੜੇ ਸੋ ਕਾਲਡ ਸਿਰ ਤੇ ਹੱਥ ਰੱਖ ਕੇ ਅੱਖਾਂ ਠੀਕ ਕਰਤੀਆਂ, ਗੁਰਦੇ ਠੀਕ ਕਰਤੇ, ਪੱਥਰੀ ਕੱਢਤੀ, ਅਸੀਂ ਵੀ ਇਹਨਾਂ ਨੂੰ ਮਾਨਤਾ ਨਹੀਂ ਦਿੰਦੇ, ਜਿਵੇਂ ਆਪਾਂ ਵੀ ਬੁਤਾਤ ਡੇਰੇਦਾਰਾਂ ਨੂੰ ਮਾਨਤਾ ਨਹੀਂ ਦਿੰਦੇ, ਪਰ ਦੇ ਐਗਜ਼ਿਸਟ ਤੇ ਉਹ ਹੈਗੇ ਵੀ ਨੇ ਤੇ ਸਿੱਖੀ 'ਚ ਵੀ ਨੇ। ਉੱਦਾਂ ਹੀ ਉਹ ਵੀ ਉਹਨਾਂ ਨੂੰ ਮਾਨਤਾ ਨਹੀਂ ਦਿੰਦੇ, ਪਰ ਉਹ ਹੈਗੇ ਨੇ ਤੇ ਕ੍ਰਿਸਚੈਨਿਟੀ 'ਚ ਨੇ, ਉਹ ਵੀ ਖੁਸ਼ ਨੇ ਕਿ ਇਹਨਾਂ ਰਾਹੀਂ ਸਹੀ, ਲੇਕਿਨ ਕਨਵਰਸ਼ਨ ਤਾਂ ਹੋ ਹੀ ਰਹੀ ਹੈ ਨਾ। 8-8 10-10 ਏਕੜ ਦੀਆਂ 15-15 ਏਕੜ ਦੀਆਂ ਜਿਹੜੀਆਂ ਚਰਚਾਂ ਨੇ ਉਹ ਬਣ ਰਹੀਆਂ ਨੇ। ਹੁਣ ਸਾਡੇ ਕੋਲ ਡਰੱਗਸ ਤੇ ਨਾਲ ਇੱਕ ਕਾਸਮੈਟਿਕਸ ਦੇ ਨਾਲ ਇੱਕ ਐਕਟ ਹੈ, ਸ਼ਾਇਦ ਮੈਂ ਹੁਣ ਇਸ ਵੇਲੇ ਨਾਂ ਭੁੱਲ ਰਿਹਾ ਉਹਦਾ, ਤੇ ਇੱਕ ਬੰਬੇ ਮੈਜਿਕ ਐਕਟ ਹੈ। ਉਹ ਪਿੱਛੇ ਜੇ ਜਦੋਂ 18 ਦੇ ਵਿੱਚ ਉੱਥੇ ਇੱਕ ਹੱਤਿਆ ਹੋਈ ਸੀ, ਜਿਹੜਾ ਬਲੀ ਚੜਾਈ ਸੀ, ਉਸ ਤੋਂ ਬਾਅਦ ਉਹ ਐਕਟ ਬਣਿਆ ਸੀ। ਇਹ ਸਾਰੇ ਐਕਟਸ ਨੂੰ ਪੰਜਾਬ ਦੇ ਅੰਦਰ ਅਸੀਂ ਲਾਗੂ ਕਰਵਾਈਏ ਤਾਂ ਕਿ ਕੋਈ ਵੀ ਪਖੰਡ ਕਿਤੇ ਹੋ ਰਿਹਾ ਜਿਹਨੂੰ ਸਾਇੰਸ ਜਿਹਦੇ ਨਾਲ ਸਾਇੰਟੀਫਿਕਲੀ ਜਿਹਨੂੰ ਤੁਸੀਂ ਪ੍ਰੂਵ ਨਹੀਂ ਕਰ ਪਾ ਰਹੇ, ਉਹਦੇ ਤੇ ਜੇ ਕੋਈ ਬੰਦਾ ਕੰਪਲੇਂਟ ਕਰਦਾ ਜਾਂ ਥਰਡ ਪਾਰਟੀ ਕੰਪਲੇਂਟ ਕਰਦੀ ਆ, ਉਹ ਇਹਦੇ ਤੇ ਡਿਬੇਟ ਅਸੀਂ ਕੁਝ ਐਡਵੋਕੇਟਸ ਦੇ ਵਿੱਚ ਆਰੰਭੀ ਹੋਈ ਹੈ ਕਿ ਉਹ ਐਕਟ ਦੀ ਸ਼ੇਪ ਕੀ ਹੋਏਗੀ। ਹੋ ਸਕਦਾ ਕਿ ਕੁਝ ਸਮੇਂ 'ਚ ਮਸੌਦਾ ਤਿਆਰ ਹੋ ਜੇ, ਉਹ ਤੁਹਾਡੇ ਕੋਲ ਲੈ ਕੇ ਆਵਾਂਗੇ। ਜਿਹੜਾ ਐਂਟੀ ਕਨਵਰਸ਼ਨ ਲਾਅ ਦੇ ਉੱਤੇ ਸਾਡੀਆਂ ਆਪਣੀਆਂ ਰਿਜ਼ਰਵੇਸ਼ਨਸ ਵੀ ਨੇ, ਕਿਉਂਕਿ ਅਸੀਂ ਜਦੋਂ ਇਹ ਸੋਚਦੇ ਹਾਂ ਕਿ ਐਂਟੀ ਕਨਵਰਸ਼ਨ ਲਾਅ ਬਣਾ ਦਿਓ, ਪਰ ਉਹਨੂੰ ਜਿਹੜੀ ਭਾਜਪਾ ਸਰਕਾਰ ਹੈ ਉਹ ਟੂਲ ਵਜੋਂ ਵਰਤਦੀ ਹੈ ਮਾਈਨੋਰਟੀਜ਼ ਨੂੰ ਕੁਚਲਣ ਦੇ ਲਈ। ਕਿਤੇ ਇਹ ਪੰਜਾਬ 'ਚ ਬਣ ਕੇ ਸਾਨੂੰ ਹੀ ਕੁਚਲਣ ਦਾ ਉਹ ਪ੍ਰਬੰਧਨ ਨਾ ਕਰ ਦੇਵੇ। ਇਹਦੇ ਤੇ ਵੀ ਇੱਕ ਵੱਡੀ ਵਿਚਾਰ ਜਿਹੜੀ ਹੈ ਕਮਿਊਨਿਟੀ 'ਚ ਅਸੀਂ ਛੇੜਨਾ ਚਾਹੁੰਦੇ ਹਾਂ, ਜਿਹੜੀ ਤੁਹਾਡੇ ਅੱਗੇ ਰੱਖੀ ਹੈ ਗੁਰਮਤਿ ਵਿਦਿਅਕ ਬੋਰਡ। ਕਿਉਂਕਿ ਅਸੀਂ ਅੱਜ ਇੱਕ ਕਾਲਜ 'ਚ ਬੈਠੇ ਹਾਂ, ਮਿਸ਼ਨਰੀ ਕਾਲਜ ਰੈਜ਼ੀਡੈਂਸ਼ੀਅਲ ਕਾਲਜ ਚਲਾ ਰਿਹਾ, ਚੌਂਤਾ ਕਾਲਜ ਰੈਜ਼ੀਡੈਂਸ਼ੀਅਲ ਕਾਲਜ ਚਲਾ ਰਿਹਾ, ਬਹੁਤ ਸਾਰੀਆਂ ਸੰਸਥਾਵਾਂ ਦੇ ਕੋਲ ਬਹੁਤ ਸਾਰੇ ਬੱਚੇ ਭਵਿੱਖ ਦੇ ਪ੍ਰਚਾਰਕਾਂ ਵਜੋਂ ਤਿਆਰ ਹੋ ਰਹੇ ਨੇ, ਪਰ ਉਹਨਾਂ ਸਾਰਿਆਂ 'ਚ ਇੱਕ ਸੂਰਤਾ ਤੇ ਇੱਕ ਸਾਰਤਾ ਨਹੀਂ ਹੈ। ਸਕੂਲਾਂ 'ਚ ਗੁਰਮਤ ਦਾ ਸਿਲੇਬਸ ਹੈ, ਅਦਰਵਾਈਜ਼ ਜਿਹੜੀਆਂ ਗੱਲਾਂ ਨੇ ਉਹਨਾਂ ਨੂੰ ਕਿਵੇਂ ਇਕੱਠਾ ਕੀਤਾ ਜਾਵੇ। ਤੇ ਮੋਟੀ ਗੱਲ ਕਿ ਇੱਥੇ 2.5 ਸਾਲ ਲਾ ਕੇ ਗਿਆ ਬੱਚਾ, +2 ਤੋਂ ਬਾਅਦ ਉਹ +2 ਹੀ ਰਹਿ ਜਾਂਦਾ। ਪਰ ਜੇ ਤੁਸੀਂ ਪ੍ਰਾਚੀਨ ਕਲਾ ਕੇਂਦਰ ਦੀ ਕਰ ਲਵੋ 3 ਸਾਲਾਂ ਦੀ ਮਿਊਜ਼ਿਕ ਦੀ ਘਰ ਬੈਠੇ ਹੀ, ਤੇ ਤੁਹਾਨੂੰ ਗ੍ਰੈਜੂਏਸ਼ਨ ਦਾ ਸਰਟੀਫਿਕੇਟ ਮਿਲ ਜਾਂਦਾ। ਅਸੀਂ ਸੋਚਦੇ ਹਾਂ ਕਿ ਗੁਰਮਤਿ ਐਜੂਕੇਸ਼ਨ ਬੋਰਡ ਜਿਹੜਾ ਉਹ ਬਣੇ ਤੇ ਉਹ ਸਰਕਾਰ ਨਾਲ ਗੱਲ ਕਰਕੇ ਆਪਣਾ ਪ੍ਰਬੰਧ ਬਣਾਵੇ ਕਿ 2.5 ਸਾਲ 2 ਸਾਲ 3 ਸਾਲ ਦਾ ਜਦੋਂ ਕੋਰਸ ਕਰਕੇ ਕੋਈ ਬੱਚਾ ਨਿਕਲਦਾ ਸਾਡੇ ਤੋਂ, ਤੇ ਉਹਨੂੰ ਗ੍ਰੈਜੂਏਸ਼ਨ ਦਾ ਸਰਟੀਫਿਕੇਟ ਜਿਹੜਾ ਉਹ ਬੋਰਡ ਜਿਹੜਾ ਦੇ ਸਕਦਾ ਹੋਵੇ। ਇਹਦੇ ਲਈ ਇੱਕ ਆਰਜੀ ਕਮੇਟੀ ਜਿਹੜੀ ਹੈ ਪਿਛਲੇ ਦਿਨਾਂ 'ਚ ਬਣੀ ਸੀ, ਜਿਹਦੇ ਮੁਖੀ ਵਜੋਂ ਪ੍ਰਿੰਸੀਪਲ ਬਲਜੀਤ ਸਿੰਘ ਜੀ ਚੌਂਤਾ ਕਾਲਜ ਦੇ ਜਿਹੜੇ ਸ਼ਾਇਦ ਅੱਜ ਕੱਲ੍ਹ ਡਾਇਰੈਕਟਰ ਨੇ, ਉਹਨਾਂ ਨੂੰ ਲਾਇਆ ਗਿਆ ਸੀ। ਬਾਕੀ ਕਾਲਜਾਂ ਦੇ ਇੱਕ 2 ਸੱਜਣ ਉਹ 'ਚ ਲਿੱਤੇ ਗਏ ਸੀ। ਤੁਸੀਂ ਉਹਨੂੰ ਕੰਮ ਨੂੰ ਹੋਰ ਕਿਵੇਂ ਅੱਗੇ ਵਧਾ ਸਕਦੇ ਹੋ, ਉਹਦੇ ਤੇ ਕੰਮ ਕਰੋ। ਪਿਛਲੇ ਦਿਨਾਂ 'ਚ ਤੁਸੀਂ ਦੇਖਿਆ ਕਿ ਬਠਿੰਡੇ ਇੱਕ ਬੱਚੇ ਦਾ ਕੜਾ ਉਤਾਰ ਦਿੱਤਾ ਹੈ ਨਾ। ਹੁਣ ਕੌਨਸਟੀਟਿਊਸ਼ਨ ਇਹ ਕਹਿੰਦਾ ਕਿ ਫਰੀडम ਆਫ ਰਿਲੀਜਨ ਜਿਹੜੀ ਹੈ ਆਰਟੀਕਲ 25 ਜਿਹੜਾ ਉਹ ਤੁਹਾਨੂੰ ਦਿੰਦਾ ਤੁਹਾਡਾ ਰਾਈਟ ਤੇ ਆਰਟੀਕਲ 19 ਤੋਂ ਲੈ ਕੇ ਤੇ 25 ਤੱਕ ਤੁਹਾਡੇ ਕੋਲ ਸਾਰੇ ਤੁਹਾਡੇ ਅਧਿਕਾਰਾਂ ਦੇ ਜਿਹੜੇ ਉਹ ਜਿਹੜੇ ਨੇ ਸੈਕਸ਼ਨ ਨੇ। ਪਰ ਕੜਾ ਉਤਾਰਿਆ ਜਾਂਦਾ ਤੇ ਇਹਦੇ ਤੇ ਕੌਨਸਟੀਟਿਊਸ਼ਨ ਦੀ ਵਾਇਲੇਸ਼ਨ ਹੋ ਰਹੀ ਹੈ, ਪਰ ਇਹਦੇ ਤੇ ਕੋਈ ਸਜ਼ਾ ਨਹੀਂ ਹੈ।
ਹੁਣ ਦਿੱਲੀ ਹਾਈ ਕੋਰਟ ਨੇ ਪਿੱਛੇ ਜਿਹੇ ਇੱਕ ਡਿਸੀਜਨ ਦਿੱਤਾ ਵੀ ਕੋਈ ਵੀ ਧਾਰਮਿਕ ਕਕਾਰ ਨੂੰ ਉਤਾਰਿਆ ਨਹੀਂ ਜਾਏਗਾ। ਉਹਦੇ ਬਾਵਜੂਦ ਪੰਜਾਬ 'ਚ ਪੰਜਾਬ ਦਾ ਰਹਿਣ ਵਾਲਾ ਬੰਦਾ ਭਾਵੇਂ ਉਹ ਦੂਜੀ ਕਮਿਊਨਿਟੀ ਨੂੰ ਬਿਲੋਂਗ ਕਰਦਾ ਸੀ, ਉਹਨੂੰ ਸਮਝ ਹੈ ਕਿ ਕੜੇ ਦੀ ਮਾਨਤਾ ਕੀ ਹੈ, ਉਹ ਕੜਾ ਗੇਟ ਤੇ ਇੱਕ ਨੌਜਵਾਨ ਦਾ ਲਵਾ ਲੈਂਦਾ। ਇਹ ਤੁਸੀਂ ਧਿਆਨ ਗੱਲ ਨੂੰ ਸਮਝੋ। ਇੱਕ ਬੱਚਾ 10ਵੀਂ 12ਵੀਂ ਦਾ ਜਦੋਂ ਕਿਤੇ ਐਗਜ਼ਾਮ ਦੇਣ ਜਾਂਦਾ, ਇੱਕ ਸਟ੍ਰੈਸ 'ਚ ਹੈ, ਤੇ ਜਦੋਂ ਬਾਹਰ ਉਹਦੇ ਨਾਲ ਇੱਦਾਂ ਦਾ ਵਰਤੀਰਾ ਹੁੰਦਾ ਤੇ ਉਹ ਪਾਸ ਨਹੀਂ ਹੋ ਸਕਦਾ। ਇਹ ਅਸੀਂ ਵੀ ਕਿਤੇ ਕੋਈ ਜਾਣਾ ਹੋਵੇ ਤੇ ਬਾਹਰ ਤੁਹਾਡੇ ਨਾਲ ਕੋਈ ਤੂੰ ਤੜਕ ਕਰ ਲਵੇ ਤੇ ਤੁਸੀਂ ਅੰਦਰ ਜਾਂਦੇ ਤੱਕ ਆਪਣਾ ਟੈਂਪਰਾਮੈਂਟ ਖੋ ਦਿੰਦੇ ਹੋ ਤੇ ਤੁਸੀਂ ਉਹ ਸਾਰਾ ਕੁਝ ਭੁੱਲ ਜਾਂਦੇ ਹੋ। ਤੁਸੀਂ ਉਹ ਬੱਚਿਆਂ ਦੀ ਉਹਦੇ ਤੇ ਦੇਖੋ। ਅਸੀਂ ਸਰਕਾਰ ਨਾਲ ਇਸ ਬਾਰੇ ਰਾਬਤਾ ਸ਼ੁਰੂ ਕਰ ਲਿਆ। ਅਸੀਂ CM ਨੂੰ ਚਿੱਠੀ ਲਿਖ ਦਿੱਤੀ ਹੈ, ਅਸੀਂ ਸਪੀਕਰ ਨੂੰ ਚਿੱਠੀ ਲਿਖ ਦਿੱਤੀ ਹੈ ਕਿ ਜਿਹੜੀ 295A ਹੈ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੀ, ਉਹਦਾ ਦਾਇਰਾ ਵੱਡਾ ਕਰਕੇ, ਇਹ ਅਹਿਸਾਨ ਨਹੀਂ ਕਰਨਾ ਉਹਨਾਂ ਨੇ, ਉਹਦਾ ਦਾਇਰਾ ਵੱਡਾ ਕਰਕੇ ਇਹ ਪ੍ਰੋਵੀਜ਼ਨ ਕ੍ਰੀਏਟ ਕਰ ਲਈ ਜਾਵੇ ਕਿ ਕਿਸੇ ਵੀ ਇੰਸਟੀਟਿਊਸ਼ਨ, ਉਹ ਭਾਵੇਂ ਕੋਈ ਰੈਸਟੋਰੈਂਟ ਹੈ ਜਾਂ ਕੋਈ ਹੋਰ ਇੰਸਟੀਟਿਊਸ਼ਨ ਹੈ ਜਾਂ ਕੋਈ ਵਿਦਿਅਕ ਸੰਸਥਾ ਹੈ, ਕਿਤੇ ਵੀ ਕਿਸੇ ਐਂਟਰੀ ਵੇਲੇ ਕਿਸੇ ਵੀ ਧਾਰਮਿਕ ਚਿੰਨ੍ਹ ਨੂੰ, ਕਿਸੇ ਦੇ ਵੀ ਨੂੰ ਵੀ ਜਿਹੜੀ ਹੈ ਉਹ ਉਤਰਵਾਇਆ ਨਹੀਂ ਜਾਏਗਾ, ਨਹੀਂ ਤੇ ਉਹਨੂੰ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਮੰਨਿਆ ਜਾਏਗਾ। ਇਹ ਅਸੀਂ ਜਿਹੜੀ ਹੈ ਚਿੱਠੀ ਪੱਤਰ ਸ਼ੁਰੂ ਕਰ ਲਿਆ। ਮੈਨੂੰ ਲੱਗਦਾ ਥੋੜ੍ਹਾ ਜਿਹਾ ਤੁਸੀਂ ਸਾਰੇ ਜਣੇ ਇਹਦੇ 'ਤੇ ਬੋਲੋਗੇ, ਗੱਲ ਕਰੋਗੇ ਤੇ ਇਹ ਗੱਲ ਜਿਹੜੀ ਹੈ ਆਣ ਬਿਲਕੁਲ ਤੁਹਾਡੇ ਕਦਮਾਂ 'ਚ ਜਿਹੜੀ ਹੈ ਝੁਕੇਗੀ। ਸਿੱਖ ਮਾਈਨੋਰਟੀ ਕਮਿਊਨਿਟੀ ਨੂੰ ਜਦੋਂ ਇਹ ਗੱਲ ਨੂੰ ਆਪਣਾ ਮੁਲਤਾਨੀ ਸਾਹਿਬ ਸਮਝਦੇ ਹੋਣਗੇ, ਬਹੁਤ ਸਾਰੀਆਂ ਗਰਾਂਟਾਂ ਨੇ ਜਿਹੜੀਆਂ ਪੰਜਾਬ 'ਚ ਐਜੂਕੇਸ਼ਨ ਸਿਸਟਮ ਨੂੰ ਨਹੀਂ ਮਿਲ ਸਕਦੀਆਂ, ਕਿਉਂਕਿ ਅਸੀਂ ਪੰਜਾਬ 'ਚ ਐਜੂਕੇਸ਼ਨ ਵਜੋਂ ਮਾਈਨੋਰਟੀ ਨਹੀਂ ਗਿਣੇ ਜਾਂਦੇ। ਇੱਕ ਮਾਈਨੋਰਟੀ ਐਜੂਕੇਸ਼ਨ ਬੋਰਡ ਹੈ ਭਾਰਤ ਸਰਕਾਰ ਦਾ, ਜਿਹਦੇ ਤੋਂ ਤੁਹਾਨੂੰ ਆਪਣੇ ਆਪ ਨੂੰ ਸਰਟੀਫਾਈ ਕਰਾਉਣਾ ਪੈਂਦਾ, ਤੇ ਉਹ ਪੰਜਾਬ 'ਚ ਕਿਉਂਕਿ ਅਸੀਂ ਬਹੁ ਗਿਣਤੀ 'ਚ ਹਾਂ ਤੇ ਇਸ ਕਰਕੇ ਸਾਨੂੰ ਪੰਜਾਬ 'ਚ ਉਹ ਸਰਟੀਫਾਈ ਨਹੀਂ ਕਰਦੇ। ਇਹਦੇ 'ਤੇ ਅਸੀਂ ਬਹੁਤ ਡਿਬੇਟ ਕੀਤੀ, ਹਾਲਾਂਕਿ ਆਪਣੇ ਸਿੱਖ ਭਰਾ ਹੀ ਉਹਨੂੰ ਚੇਅਰ ਕਰਦੇ ਨੇ, ਪਰ ਉਹ ਸਾਡੀ ਗੱਲ ਸੁਣਨ ਤੋਂ ਜਿਹੜੀ ਹੈ ਉਹ ਹਮੇਸ਼ਾ ਹੀ ਪਾਸਾ ਵੱਟ ਜਾਂਦੇ ਰਹੇ ਆ। ਡਿਬੇਟਸ ਅਸੀਂ ਉਹਨਾਂ ਨਾਲ ਬਹਿ ਕੇ ਵੀ ਕਰਦੇ ਰਹੇ ਹਾਂ, ਗੱਲਾਂ ਬਾਤਾਂ ਵੀ ਹੋਈਆਂ, ਪਰ ਐਟ ਦ ਐਂਡ ਆਫ ਦਾ ਡੇ ਰਿਜ਼ਲਟ ਨਹੀਂ ਨਿਕਲਿਆ। ਸਾਡੀ ਇਹ ਮੰਗ ਹੈ ਕਿ ਜੇ ਮਿਨੋਰਟੀ ਕਮਿਸ਼ਨ ਤੁਸੀਂ ਹਿੰਦੁਸਤਾਨ ਦੇ ਪੱਧਰ ਦੇ ਉੱਤੇ ਬਣਾਉਂਦੇ ਹੋ ਤੇ ਹਿੰਦੁਸਤਾਨ ਦੇ ਪੱਧਰ ਦੇ ਉੱਤੇ ਮਾਈਨੋਰਟੀਜ਼ ਨੂੰ ਰੈਕਗਨਾਈਜ਼ ਕਰੋ, ਜਿਹੜੀਆਂ ਨੇ ਉਹ ਸਟੇਟ ਸਬਜੈਕਟ ਨਹੀਂ ਹੋਣਾ ਚਾਹੀਦਾ। ਉਹਦੇ ਨਾਲ ਬਹੁਤ ਸਾਰੀਆਂ ਚੀਜ਼ਾਂ ਦੇ ਰਾਹ ਜਿਹੜੇ ਨੇ ਉਹ ਤੁਹਾਡੇ ਲਈ ਪੰਜਾਬ 'ਚ ਖੁੱਲ੍ਹ ਜਾਣਗੇ। ਜਿਵੇਂ ਮਾਈਨੋਰਟੀ ਸਕਾਲਰਸ਼ਿਪ, ਇਹ ਸਰ ਮਨਮੋਹਨ ਸਿੰਘ ਦਾ ਭਲਾ ਹੋਵੇ ਕਿ ਉਹ ਪੰਜਾਬ ਲਈ, ਸਿੱਖਾਂ ਲਈ ਵੀ ਉਹ ਖੋਲ੍ਹ ਗਏ, ਨਹੀਂ ਤੇ ਸ਼ਾਇਦ ਅਸੀਂ ਇਹਦੇ ਤੋਂ ਵੀ ਨਦਾਰਦ ਹੋ ਜਾਣਾ ਸੀ ਤੇ ਤੁਹਾਡੇ ਬੱਚਿਆਂ ਤੱਕ ਜਿਹੜੀ ਉਹ ਰਕਮ ਪਹੁੰਚਦੀ ਹੈ ਉਹ ਨਹੀਂ ਸੀ ਪਹੁੰਚ ਪਾਣੀ। ਇਹਦੇ ਲਈ ਸਾਡੀ ਜਿਹੜੀ ਹੈ ਮੰਗ ਹੈ, ਆਨੰਦ ਮੈਰਿਜ ਐਕਟ ਦੇਸ਼ ਪੱਧਰ 'ਤੇ ਲਾਗੂ ਹੋਵੇ। 1908 'ਚ ਲਾਵਾਂ ਨੂੰ ਗੁਰੂ ਗ੍ਰੰਥ ਸਾਹਿਬ ਦੇ ਆਲੇ ਦੁਆਲੇ ਮਾਨਤਾ ਮਿਲੀ ਸੀ। ਆਨੰਦ ਮੈਰਿਜ ਐਕਟ ਉਦੋਂ ਇੱਕ ਪੇਜ ਦਾ ਬਣਿਆ ਸੀ, ਉਹਦੇ 'ਚ ਉਦੋਂ ਦੇ ਸਾਡੇ ਬਜ਼ੁਰਗਾਂ ਦੀ ਬੜੀ ਮਿਹਨਤ ਸੀ ਕਿ ਉਦੋਂ ਉਸ ਤੋਂ ਪਹਿਲੇ ਗੁਰੂ ਗ੍ਰੰਥ ਸਾਹਿਬ ਦੇ ਆਲੇ ਦੁਆਲੇ ਲਾਵਾਂ ਨੂੰ ਮਾਨਤਾ ਨਹੀਂ ਸੀ। ਉਹ 1908 'ਚ ਮਿਲੀ, ਪਰ ਪਿੱਛੇ ਆ ਕੇ ਹੁਣ ਜਿਹੜਾ ਉਹਦੇ 'ਚ ਆਨੰਦ ਮੈਰਿਜ ਐਕਟ ਥੱਲੇ ਵਿਆਹ ਨੂੰ ਰਜਿਸਟਰ ਕਰਨ ਦੀ, ਕਿਉਂਕਿ ਜਦੋਂ ਲਾਵਾਂ ਤੁਸੀਂ ਆਨੰਦ ਮੈਰਿਜ ਐਕਟ ਥੱਲੇ ਲੈ ਰਹੇ ਹੋ ਤੇ ਜਦੋਂ ਤੁਸੀਂ ਰਜਿਸਟ੍ਰੇਸ਼ਨ ਸਰਟੀਫਿਕੇਟ ਮੰਗਦੇ ਸੀ ਤੇ ਉਹ ਹਿੰਦੂ ਮੈਰਿਜ ਐਕਟ ਥੱਲੇ ਮਿਲਦਾ ਸੀ। ਉਹਦੇ ਲਈ ਸਰ ਤਰਲੋਚਨ ਸਿੰਘ ਨੇ ਪ੍ਰਾਈਵੇਟ ਬਿੱਲ ਪੇਸ਼ ਕੀਤਾ ਪਾਰਲੀਮੈਂਟ 'ਚ ਤੇ ਉਹਦੇ ਤੇ ਇੱਕ ਜਿਹੜੀ ਹੈ ਉਹ ਪਾਸ ਹੋਇਆ ਤੇ ਉਹਦੇ ਤੇ ਸੈਂਟਰ ਗਵਰਨਮੈਂਟ ਨੇ ਸਟੇਟਾਂ ਨੂੰ ਰੂਲ ਬਣਾਉਣ ਨੂੰ ਕਹਿਤਾ ਤੇ ਲਾਗੂ ਕਰਨ ਨੂੰ ਕਹਿਤਾ। ਅੱਜ ਤੱਕ ਬਹੁਤ ਸਾਰੀਆਂ ਸਟੇਟਾਂ ਨੇ ਆਨੰਦ ਮੈਰਿਜ ਐਕਟ ਥੱਲੇ ਰੂਲਸ ਬਣਾ ਕੇ ਰਜਿਸਟ੍ਰੇਸ਼ਨ ਸ਼ੁਰੂ ਨਹੀਂ ਕੀਤੀ। ਇਹ ਸਾਡੀ ਮੰਗ ਹੈ ਕਿ ਰੂਲਸ ਵੀ ਸੈਂਟਰਲੀ ਫਰੇਮ ਹੋ ਜਾਣ ਤਾਂ ਕਿ ਸਾਰੇ ਦੇਸ਼ ਦੇ ਅੰਦਰ ਇੱਕ ਸਾਲ ਇਹਦੀ ਰਜਿਸਟ੍ਰੇਸ਼ਨ ਜਿਹੜੀ ਹੈ ਸ਼ੁਰੂ ਹੋ ਜੇ। ਸਾਹਿਬਜ਼ਾਦਾ ਫਤਿਹ ਸਿੰਘ ਭਵਨ ਹਰ ਬਲਾਕ ਪੱਧਰ 'ਤੇ, ਹੁਣ ਬਹੁਤ ਸਾਰੇ ਗੁਰਦੁਆਰੇ ਵੀ ਨੇ ਸਾਡੇ ਕੋਲ, ਪਰ ਅਸੀਂ ਸੋਚਦੇ ਹਾਂ ਕਿ ਸਾਹਿਬਜ਼ਾਦਾ ਫਤਿਹ ਸਿੰਘ ਭਵਨ ਬਣਨ ਜਿਹੜੇ ਡਿਸਕਸ਼ਨ ਨੂੰ, ਫਿਊਚਰਿਸਟਿਕ ਥਿੰਕਿੰਗ ਨੂੰ, ਕ੍ਰਿਟੀਕਲ ਐਨਾਲਿਸਿਸ ਨੂੰ ਸਪੇਸ ਦੇਣ, ਉੱਥੇ ਬੈਠ ਕੇ ਵਿਚਾਰ ਵਟਾਂਦਰੇ ਹੋਣ, ਯੂਥ ਤੁਹਾਡਾ ਉੱਥੇ ਬੈਠ ਕੇ ਗੱਲ ਕਰ ਸਕੇ, ਮਾਰਸ਼ਲ ਆਰਟ ਦੀ ਟ੍ਰੇਨਿੰਗ ਹੋਵੇ, ਲਾਇਬ੍ਰੇਰੀਜ਼ ਹੋਣ, ਬਲਾਕ ਪੱਧਰ ਦੇ ਉੱਤੇ ਸਾਹਿਬਜ਼ਾਦਿਆਂ ਦੇ ਨਾਂ ਦੇ ਉੱਤੇ। ਤੁਸੀਂ ਦੇਖੋ ਸਰਕਾਰ ਵੋਟਾਂ ਦੀ ਖੁਸ਼ਾਮਦੀ ਦੇ ਲਈ, ਮੈਂ ਨਹੀਂ ਕਹਿੰਦਾ ਕਿ ਉਹਨਾਂ ਨੇ ਨਾ ਕਰਨ, ਉਹਨਾਂ ਨੇ ਕਰਨਾ ਹੀ ਹੈ, ਮੇਰੇ ਕਹਿਣ 'ਤੇ ਰੁਕਣਾ ਨਹੀਂ, ਪਰ ਉਹਨਾਂ ਨੇ ਉਹਨਾਂ ਲੋਕਾਂ ਨੂੰ ਚੇਅਰਸ ਬਣਾ ਕੇ ਦਿੱਤੀਆਂ
ਉਹਨਾਂ ਲੋਕਾਂ ਨੂੰ 100 ਏਕੜ ਜ਼ਮੀਨ ਦਿੱਤੀ ਜਿਹੜੇ ਛੋਟੇ ਛੋਟੇ ਸੈਕਟ ਨੇ ਜਾਂ ਕਲਟ ਨੇ, ਉਹਨਾਂ ਨੂੰ ਦੇਤੀ। ਪਰ ਸਿੱਖਾਂ ਕੋਲ ਅਸੀਂ ਕੋਲੈਕਟਿਵਲੀ ਅੱਜ ਤੱਕ ਅਸੀਂ, ਕਿਉਂਕਿ ਇਹ ਕਹਿ ਦਿੰਦੇ ਹਾਂ ਸਾਨੂੰ ਨਹੀਂ ਲੋੜ ਜੀ। ਕਿਉਂ ਨਹੀਂ ਲੋੜ ਜੀ? ਸਰਕਾਰ ਦੇ ਪੈਸੇ ਵੀ ਤਾਂ ਤੁਹਾਡੇ ਟੈਕਸ ਦੇ ਨੇ, ਤੇ ਜੇ ਇਹ ਉਹਨਾਂ ਲੋਕਾਂ ਤੇ ਨੂੰ ਦਿੱਤਾ ਜਾ ਸਕਦਾ ਤੇ ਸਾਹਿਬਜ਼ਾਦਾ ਫਤਿਹ ਸਿੰਘ ਭਵਨ ਪੰਜਾਬ ਦੇ ਸਾਰੇ ਬਲਾਕਾਂ 'ਚ ਬਣਨੇ ਚਾਹੀਦੇ ਨੇ। ਇਹਦੇ ਤੇ ਅਸੀਂ ਚਿੱਠੀ ਪੱਤਰ ਜਿਹੜਾ ਆਉਣ ਵਾਲੇ ਦਿਨਾਂ 'ਚ ਸ਼ੁਰੂ ਕਰਨ ਜਾ ਰਹੇ ਹਾਂ। ਜਿਹੜੀ ਸਾਡੀ ਮੰਗ ਹੈ ਭਾਈ ਕਨਈਆ ਜੀ ਦੇ ਨਾਂ ਦੇ ਉੱਤੇ ਰੈੱਡ ਕਰਾਸ, ਤੁਸੀਂ ਸਾਰੇ ਸਮਝਦੇ ਹੋ ਸਾਡੀ ਮੰਗ ਹੈ ਜੀ ਕਿ ਭਾਈ ਕਨਈਆ ਜੀ ਦੇ ਨਾਂ ਤੇ ਸਾਰੇ ਜਿਹੜੇ ਰੈੱਡ ਕਰਾਸ ਭਵਨ ਨੇ ਤਬਦੀਲ ਹੋਣੇ ਚਾਹੀਦੇ ਨੇ, ਕਿਉਂਕਿ ਭਾਈ ਕਨਈਆ ਜੀ ਸਾਡੇ ਲੈਜੈਂਡ ਨੇ, ਉਹ ਸਾਡੇ ਹੀਰੋ ਨੇ, ਸਾਡੇ ਸਰਬਰਾਹ ਨੇ, ਸਾਡੇ ਆਗੂ ਨੇ, ਜਿਨ੍ਹਾਂ ਨੇ ਸਿੱਖੀ ਦਾ ਉਹ ਪੱਖ ਸੰਸਾਰ ਦੇ ਅੱਗੇ ਰੱਖਿਆ ਜਿਹੜਾ ਸ਼ਾਇਦ ਛੁਪਿਆ ਹੀ ਰਹਿੰਦਾ। ਸਿੱਖ ਸ਼ਖਸੀਅਤਾਂ ਦੀ ਅੱਛਾ ਹੁਣ ਦੇਖੋ, ਅਸੀਂ ਨਾ, ਮੈਂ ਅੱਜ ਹੀ ਸਵੇਰੇ ਗੱਲ ਕਰ ਰਿਹਾ ਸੀ, ਇੱਕ ਡਿਬੇਟ ਚੱਲ ਪਈ। ਮੈਂ ਵੈਸੇ ਉਸ ਡਿਬੇਟ 'ਚ ਪਿਆ ਨਹੀਂ, ਪਰ ਮੈਂ ਅੱਜ ਪੈਣ ਲੱਗਾ ਕਿ ਜੀ ਭਗਤ ਸਿੰਘ ਹੀਰੋ ਹੈ ਕਿ ਕੋਈ ਹੋਰ ਹੀਰੋ ਹੈ ਨਾ। ਮੈਨੂੰ ਇਹ ਨਹੀਂ ਸਮਝ ਲੱਗ ਰਹੀ ਕਿ ਤੁਹਾਡੇ ਕੋਲ ਤਾਂ ਐਡਾ ਖਜ਼ਾਨਾ, ਐਡੇ ਹੀਰੋਜ਼ ਨੇ, ਤੁਸੀਂ ਖੜੇ ਕਰ ਦਿਓ ਆਪਣੇ ਹੀਰੋਜ਼ ਤੇ ਆਪੇ ਹੀ ਜਿਹੜੇ ਬਾਕੀ ਸਾਵੇਂ ਹੋ ਜਾਣਗੇ, ਹੈ ਨਾ। ਤੁਸੀਂ ਖੜੇ ਹੀ ਨਹੀਂ ਕਰ ਪਾ ਰਹੇ। ਤੁਸੀਂ ਕਦੇ ਭਗਤ ਪੂਰਨ ਸਿੰਘ ਨੂੰ ਸੈਲੀਬ੍ਰੇਟ ਕੀਤਾ ਕਿਸੇ ਨੇ? ਅਕਾਲੀ ਫੂਲਾ ਸਿੰਘ ਨੂੰ, ਹਰੀ ਸਿੰਘ ਨਲੂਏ ਨੂੰ? ਤੁਸੀਂ, ਤੁਹਾਡੇ ਕੋਲ ਅਨੇਕਾਂ ਮੌਜੂਦਾ ਤੁਹਾਡੇ ਕੋਲ ਹੀਰੋ NPS ਕਪਾਨੀ, ਫਾਈਬਰ ਆਪਟਿਕਸ ਜਿਹੜੀ ਹੈ ਸੰਸਾਰ ਦੇ ਅੱਗੇ ਰੱਖ ਦਿੱਤੀ, ਹੈ ਨਾ। ਤੁਹਾਡੇ ਕੋਲ ਰਵੀ ਸਿੰਘ ਖਾਲਸਾ ਹੀਰੋ ਵਜੋਂ ਬੈਠਾ, ਸਾਰੇ ਸੰਸਾਰ ਨੂੰ ਲੋਕੀ ਲੱਖ ਕਹੀ ਜਾਣ ਜੀ ਕਿ ਜੀ ਲੰਗਰ ਲਾਈ ਜਾਂਦੇ ਨੇ। ਤੁਹਾਡੀ ਪਹਿਚਾਣ, ਤੁਹਾਡਾ ਜਿਹੜਾ ਬਿਰਧ, ਉਹਨੂੰ ਸੇਵ ਕਰਕੇ ਰੱਖਣਾ ਤੇ ਉਹ ਲੋਕਾਂ ਤੱਕ ਲੈ ਕੇ ਜਾਣਾ, ਹੁਣ ਅੱਗੇ ਕੰਮ ਤੁਸੀਂ ਕਰ ਲਓ। ਜਿਨ੍ਹਾਂ ਨੂੰ ਉਹਨਾਂ ਨੇ ਲੰਗਰ ਛਕਾ ਕੇ ਸਿੱਖੀ ਦੀ ਪਹਿਚਾਣ ਕਰਾਤੀ, ਸਿੱਖੀ ਦੇ ਸਿਧਾਂਤ ਤੁਸੀਂ ਦੱਸ ਲਓ ਉਹਨਾਂ ਨੂੰ। ਅਸੀਂ ਇੱਦਾਂ ਦੇ ਬਹੁਤ ਸਾਰੀ ਇੱਕ ਲੰਬੀ ਲਿਸਟ ਹੈ ਜਿਨ੍ਹਾਂ ਨੂੰ ਅਸੀਂ ਕਦੇ ਯਾਦ ਨਹੀਂ ਕਰਦੇ। ਮੈਂ ਤਾਂ ਆਮ ਤੌਰ 'ਤੇ ਕਹਿੰਦਾ ਕਿ ਜਿਉਂਦਿਆਂ ਨੂੰ ਜਿਹੜੀ ਹੈ ਉਹ ਸੈਲੀਬ੍ਰੇਟ ਕਰਿਆ ਕਰੋ, ਮਰਨ ਤੋਂ ਬਾਅਦ ਤੇ ਸਿਰਫ ਅਫਸੋਸ ਕੀਤਾ ਜਾ ਸਕਦਾ। ਤੁਹਾਡੇ ਕੋਲ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਕੇਵਲ ਸਿੰਘ ਜੀ ਬੈਠੇ ਨੇ, ਇਹ ਸਾਡੇ ਹੀਰੋ ਨਹੀਂ? ਮਹੀਨੇ 'ਚ 28 ਦਿਨ ਸੜਕਾਂ 'ਤੇ ਨੇ, ਤੁਹਾਡੇ ਤਰਲੇ ਮਾਰ ਰਹੇ ਨੇ, ਤੁਹਾਡੇ ਕੋਲ ਪਹੁੰਚ ਕਰ ਰਹੇ ਨੇ। ਅਸੀਂ ਅਹਿਸਾਨ ਕਰਕੇ ਇਹਨਾਂ ਤੇ ਅਸੀਂ 100-200 ਕਿਲੋਮੀਟਰ ਦਾ ਸਫ਼ਰ ਕਰਕੇ ਪਹੁੰਚਦੇ ਹਾਂ, ਅਹਿਸਾਨ ਕਰਕੇ। ਸਾਨੂੰ ਆਪਣੇ ਹੀਰੋਜ਼ ਨੂੰ ਸੈਲੀਬ੍ਰੇਟ ਕਿਵੇਂ ਕਰਨਾ ਹੈ, ਇਹਦੀ ਇੱਕ ਮਿਸਾਲ ਕਾਇਮ ਕਰਨੀ ਪਏਗੀ। ਅੰਮ੍ਰਿਤਸਰ, ਮੈਨੂੰ ਭਗਤ ਸਿੰਘ ਨਾਲ ਕੋਈ ਐਲਰਜੀ ਨਹੀਂ ਹੈ, ਮੈਂ ਭਗਤ ਸਿੰਘ ਨੂੰ ਵੀ ਆਪਣਾ ਮੰਨਦਾ, ਕਿਉਂਕਿ ਮੇਰੇ ਮਨ 'ਤੇ ਕੋਈ ਬੋਝ ਨਹੀਂ ਹੈ ਕਿ ਉਹਦੀ ਆਈਡੀਆਲੋਜੀ ਕੀ ਸੀ। ਪਰ ਮੈਨੂੰ ਇਹ ਪਤਾ ਕਿ ਜਿਹੜਾ ਬੰਦਾ 23 ਸਾਲ ਦੀ 30 ਸਾਲ ਦੀ ਉਮਰ 'ਚ, ਸ਼ਾਇਦ 23 ਸਾਲ ਦੀ ਉਮਰ ਹੈ, ਤੇ ਫਾਂਸੀ ਦੇ ਰੱਸੇ 'ਤੇ ਉਹ ਝੂਲ ਜਾਂਦਾ ਹੈ, ਉਹਦੇ 'ਚ ਕੁਝ ਤੇ ਹੋਏਗਾ ਜਿਹੜਾ ਸਾਨੂੰ ਨਜ਼ਰ ਨਹੀਂ ਆਉਣ ਦੇ ਰਿਹਾ, ਹੈ ਨਾ। ਮੈਂ ਇਸ ਡਿਬੇਟ 'ਚੋਂ ਬਾਹਰ ਨਿਕਲ ਕੇ, ਤੁਹਾਡੇ ਕੋਲ ਇੰਨੇ ਸਾਰੇ ਹੀਰੋਜ਼ ਨੇ, ਲਾ ਦਿਓ ਆਪਣੇ ਘਰਾਂ 'ਚ ਤਸਵੀਰਾਂ, ਆਪਣੇ ਚੌਂਕਾਂ 'ਚ, ਲੋੜ ਨਹੀਂ ਕਿਸੇ ਤੋਂ ਪੁੱਛਣ ਦੀ। ਅੱਜ ਕੱਲ੍ਹ ਫਾਈਬਰ ਦੇ ਬਰਸਟ ਬਣ ਜਾਂਦੇ ਨੇ 25-30 ਹਜ਼ਾਰ ਰੁਪਏ ਦੇ, ਉਹ ਬਣਾ ਕੇ ਆਪਣੇ ਚੌਂਕਾਂ 'ਚ ਲਵਾ ਦਿਓ। ਕਿਸੇ ਚੌਂਕ 'ਚ ਕੋਈ ਲਵਾ ਦਿਓ, ਕਿਸੇ ਮਹੱਲੇ 'ਚ ਕੋਈ ਲਵਾ ਦਿਓ, ਕਿਸੇ ਪਾਰਕ 'ਚ ਕੋਈ ਲਵਾ ਦਿਓ। ਬੱਚੇ ਪੁੱਛਣਗੇ ਇਹ ਕੌਣ ਹੈ, ਫਿਰ ਦੱਸਿਓ। ਫਿਰ ਕੰਪੈਰੀਜ਼ਨ ਜਿੰਨੇ ਵੀ ਕਰਨਾ ਕਰ ਲਿਓ, ਸਾਨੂੰ ਕੋਈ ਇਤਰਾਜ਼ ਨਹੀਂ। ਸਾਡੀ ਵਾਤਾਵਰਣ ਪ੍ਰਤੀ ਸੁਹਿਰਦਾ, ਇਹਦੇ 'ਤੇ ਅਸੀਂ ਲੰਬੇ ਸਮੇਂ ਤੋਂ ਸਾਰੇ ਕੰਮ ਕਰ ਰਹੇ ਹਾਂ, ਇਹ ਸਾਡਾ ਸਰੋਕਾਰਾਂ 'ਚ ਹੈ। ਸਿੱਖ ਇਤਿਹਾਸ ਦੀ ਜਿਹੜੀ ਪੜ੍ਹਾਈ ਦਾ ਅਸੀਂ, ਜਦੋਂ ਮੈਂ ਗੱਲ ਕਰਦਾ ਕਿ ਅਸੀਂ ਉਦਮ ਗੁਰਮਤਿ ਐਜੂਕੇਸ਼ਨ ਬੋਰਡ ਰਾਹੀਂ, ਤੇ ਸਾਡਾ ਉਹ ਇੱਕ ਤਰ੍ਹਾਂ ਦਾ ਸੈਂਸਰ ਬੋਰਡ ਵੀ ਬਣੇ ਕਿ ਕੌਣ ਕੀ ਕਹਿ ਰਿਹਾ, ਕਿਹੜੀ ਕਿਤਾਬ ਸਿੱਖਾਂ ਬਾਰੇ ਕੀ ਬੋਲ ਰਹੀ ਹੈ, ਤੇ ਉਹਨੂੰ ਜਵਾਬ ਦੇਣ ਦੇ ਲਈ, ਉਹਦੀ ਕਾਊਂਟਰ ਕਰਨ ਦੇ ਲਈ ਤੁਹਾਡਾ ਆਪਣਾ ਜਿਹੜਾ ਉਹ, ਜਦੋਂ ਕਿਤੇ ਤੁਹਾਡੇ ਨਿਆਣੇ ਤੁਹਾਡਾ ਇਤਿਹਾਸ ਫੋਲਣ ਤੇ ਉਹਨਾਂ ਨੂੰ ਪਤਾ ਲੱਗੇ ਕਿ ਜਦੋਂ ਇੱਕ ਮੁਹਿੰਮ ਚੱਲੀ ਸੀ ਕਿ ਜਿਹੜੇ ਨੇ ਸਿੱਖ ਹਿੰਦੂ ਨੇ, ਤੇ ਭਾਈ ਕਾਹਨ ਸਿੰਘ ਨਾਭਾ ਨੇ ਕਿਤਾਬ ਲਿਖੀ ਹਮ ਹਿੰਦੂ ਨਹੀਂ ਹੈ, ਉਹ ਡਾਕੂਮੈਂਟ ਬਰਾਬਰ ਤੇ ਖੜਾ। ਇੱਦਾਂ ਹੀ ਅੱਜ ਤੁਹਾਡੇ ਕੋਲ ਕੋਈ ਤੁਹਾਡੇ ਖਿਲਾਫ ਡਾਕੂਮੈਂਟ ਆਉਂਦਾ, ਸ਼ਾਇਦ ਅਸੀਂ ਉਹਨੂੰ ਮਿਟਾ ਨਹੀਂ ਸਕਦੇ, ਪਰ ਉਹਦੇ 'ਚੋਂ ਤੁਸੀਂ ਆਪਣਾ
ਆਪ ਨੂੰ ਵੱਡਾ ਕਰਕੇ ਕਿਵੇਂ ਵਿਖਾ ਸਕਦੇ ਹੋ, ਇਹ ਕੰਮ ਅਸੀਂ ਕਰਨਾ ਸਾਰਿਆਂ ਨੇ ਰਲ ਕੇ। ਇੱਕ ਵਿਜ਼ਨ ਹੈ, ਇਹ ਤੁਹਾਡੇ ਅੱਗੇ ਪਰੋਸ ਦਿੱਤਾ, ਇਹ ਹੁਣ ਅਸੀਂ ਹਰ ਜ਼ਿਲ੍ਹੇ 'ਚ ਖੜਨਾ ਹੈ। ਅੱਜ ਤੁਹਾਨੂੰ ਇਕੱਠੇ ਕਰਨ ਦਾ ਮਤਲਬ ਇਹ ਹੈ ਕਿ ਹਰ ਜ਼ਿਲ੍ਹੇ 'ਚ ਪਹੁੰਚਣਾ ਤੁਹਾਡੇ ਰਾਹੀਂ, ਜਿੱਥੇ ਤੁਸੀਂ ਪਹੁੰਚਾ ਸਕਦੇ ਹੋ ਉਸ ਤੋਂ ਬਾਅਦ ਹਰ ਹਲਕੇ 'ਚ ਪਹੁੰਚਣਾ। ਤੇ ਜਿਹੜੀ ਗੱਲ ਸਿੰਘ ਸਾਹਿਬ ਨੇ ਕਹੀ, ਤੇ ਫਿਰ ਆਉਣ ਵਾਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਬੰਧ, ਇਹ ਸਾਰੇ ਸੁਪਨੇ ਪੂਰੇ ਕਰਨ ਲਈ ਵੈਸੇ ਤਾਂ ਤੁਸੀਂ ਵੈਸੇ ਵੀ ਸਮਰੱਥ ਹੋ, ਤੁਹਾਡੇ ਕੋਲ ਸਾਰਿਆਂ ਕੋਲ ਸੰਸਥਾਵਾਂ ਨੇ, ਤੁਹਾਡੇ ਕੋਲ ਸੋਚ ਹੈ, ਅਸੀਂ ਇਹ ਸਾਰਾ ਕੁਝ ਕਰ ਦੇਣਾ, ਪਰ ਉਹਨੂੰ ਹੋਰ ਵੱਡਾ ਕਰਨ ਦੇ ਲਈ ਉਹ ਪ੍ਰਬੰਧ ਜਿਹੜਾ ਸਾਨੂੰ ਆਪਣੇ ਕੋਲ ਵਾਪਸ ਚਾਹੀਦਾ, ਉਹ ਤੁਹਾਡੇ ਰਾਹੀਂ ਵਾਪਸ ਆਉਣਾ, ਤੁਹਾਡੇ ਰਾਹੀਂ ਜਿਹੜਾ ਅਸੀਂ ਉੱਥੇ ਪਹੁੰਚਣਾ। ਤੇ ਤੁਹਾਡੇ ਸਾਰਿਆਂ ਦਾ ਬਹੁਤ ਧੰਨਵਾਦ ਕਿ ਤੁਸੀਂ ਪੇਸ਼ੈਂਸ ਨਾਲ ਇਹ ਸੁਣਿਆ। ਇਹ ਡਾਕੂਮੈਂਟ ਤੁਹਾਡੇ ਹੱਥ 'ਚ ਹੈ ਤੇ ਤੁਸੀਂ ਸਾਰਿਆਂ ਨੇ ਅੱਜ ਕੋਸ਼ਿਸ਼ ਕਰਿਓ, ਭਾਵੇਂ 2 ਮਿੰਟ ਮੈਂ ਸਮਾਂ ਵੱਧ ਲਿੱਤਾ ਕਿਉਂਕਿ ਐਕਸਪਲੇਨ ਕਰਨਾ ਜ਼ਰੂਰੀ ਸੀ।